ਅਸੀਂ ਹੌਟਲਾਈਨ ਟੂਡੇ ਤੇ ਜਿਹਦੇ ਵਿੱਚ ਅੱਜ 1947 ਨੂੰ 15 ਅਗਸਤ ਵਾਲੇ ਦਿਨ ਜੋ ਭਾਰਤ ਨੂੰ ਕਹਿੰਦੇ ਆਜ਼ਾਦੀ ਮਿਲੀ ਸੀ ਅੰਗਰੇਜ਼ ਹਕੂਮਤ ਤੋਂ ਬਾਅਦ ਸਾਡੇ ਆਪਣਿਆਂ ਦਾ ਰਾਜ ਆ ਗਿਆ। ਇਹ ਸਾਰੇ ਕੁਛ ਦੇ ਪਿੱਛੇ ਕੀ ਕਾਰਨ ਸੀ, 1947 ਤੋਂ ਬਾਅਦ ਦੇਸ਼ ਦੀ ਕੀ ਹਾਲਤ ਹੈ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲਾ ਦਿਨ ਵੀ ਹੈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਦੀ ਆਜ਼ਾਦੀ ਵਾਸਤੇ। ਕੀ ਕੁਰਬਾਨੀਆਂ ਦੀ ਸਾਰਥਕਤਾ ਹੈਗੀ ਹੈ, ਉਹ ਕਿਤੇ ਅਜਾਈਂ ਤਾਂ ਨਹੀਂ ਚਲੇ ਗਈਆਂ। ਸਾਨੂੰ ਅੱਜ ਦੇ ਦਿਨ ਇਹ ਸਾਰਾ ਮੁਲਾਂਕਣ ਕਰਨ ਦਾ ਮੌਕਾ ਮਿਲਿਆ ਅਤੇ ਇਸ ਮੌਕੇ ਦੇ ਵਿੱਚ ਅਸੀਂ ਪ੍ਰੋਫੈਸਰ RS ਬਰਾੜ ਹੋਰਾਂ ਨੂੰ ਆਪਣੇ ਸਟੂਡੀਓ ਵਿੱਚ ਕਾਲ ਕੀਤੀ ਹੈ। ਉਹਨਾਂ ਨੇ ਸਾਡਾ ਸੱਦਾ ਪ੍ਰਵਾਨ ਕੀਤਾ। ਆਓ ਪਹਿਲਾਂ ਉਹਨਾਂ ਦਾ ਵੈਲਕਮ ਕਰਦੇ ਜੀ ਆਇਆਂ ਕਹਿੰਦੇ ਅਤੇ ਫਿਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਜੀ ਆਇਆਂ। ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪ੍ਰੋਫੈਸਰ ਸਾਹਿਬ, ਤਕਰੀਬਨ 125 ਸਾਲ ਭਾਰਤ ਦੇ ਲੋਕਾਂ ਨੇ ਆਜ਼ਾਦੀ ਵਾਸਤੇ ਸੰਘਰਸ਼ ਕੀਤਾ ਜੀ। ਇੰਨਾ ਲੰਬਾ ਸਮਾਂ ਲੋਕਾਂ ਨੇ ਲੜਾਈ ਕੀਤੀ ਬ੍ਰਿਟਿਸ਼ ਹਕੂਮਤ ਦੇ ਖਿਲਾਫ ਜੀ। ਸਿੱਧੀ ਗੱਲ ਇਹ ਤੋਂ ਇਹ ਲੱਗਦਾ ਕਿ ਲੋਕ ਗੁਲਾਮੀ ਨਹੀਂ ਬਰਦਾਸ਼ਤ ਕਰਦੇ ਜੀ। ਉਸ ਖਿੱਤੇ ਦੇ ਖਾਸ ਕਰਕੇ ਏਸ਼ੀਅਨ ਕੰਟਰੀਜ਼ ਦੇ ਲੋਕ, ਉਂਝ ਤਾਂ ਕਿਤੇ ਵੀ ਨਹੀਂ ਕਰਦੇ ਹੋਣਗੇ, ਪਰ ਏਸ਼ੀਅਨਸ ਦੇ ਜਿਹੜੇ ਬਾਰੇ ਇਹ ਗੱਲ ਹੈ ਕਿ ਉਹ ਗੁਲਾਮੀ ਨਹੀਂ ਬਰਦਾਸ਼ਤ, ਦਾਬਾ ਨਹੀਂ ਬਰਦਾਸ਼ਤ ਕਰਦੇ ਕਿਸੇ ਦਾ। ਬ੍ਰਿਟਿਸ਼ ਗੌਰਮੈਂਟ ਨੇ ਈਸਟ ਇੰਡੀਆ ਕੰਪਨੀ ਰਾਹੀਂ ਉੱਥੇ ਰਾਜ ਕਰਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਨਾਕਾਮ ਰਹੀ ਇਸ ਕਰਕੇ ਕਿ ਉਹਨਾਂ ਨੂੰ ਅਲਟੀਮੇਟਲੀ ਆਪਣਾ ਬਿਸਤਰਾ ਉੱਥੋਂ ਗੋਲ ਕਰਨਾ ਪਿਆ, ਉਸ ਧਰਤੀ ਨੂੰ ਛੱਡਣਾ ਪਿਆ ਜੀ। ਉਹ ਕਿਹੜੇ ਹੋਰ ਕਾਰਨ ਬਣੇ? ਇੱਕ ਕਾਰਨ ਤਾਂ ਇਹ ਹੈ ਕਿ ਲੋਕ ਗੁਲਾਮੀ ਬਰਦਾਸ਼ਤ ਨਹੀਂ ਕਰਦੇ, ਲੜਾਈ ਲੰਬੀ ਲੜੀ। ਉਹ ਕਿਹੜੇ ਕਾਰਨ ਸੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ 'ਤੇ ਜਿਨ੍ਹਾਂ ਕਰਕੇ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ? ਤੁਸੀਂ ਨਾ ਸ਼ੁਰੂ ਵਿੱਚ ਹੀ ਬਹੁਤ ਦਰੁਸਤ ਫਰਮਾਇਆ ਕਿ ਜਿਹੜਾ ਮਨੁੱਖੀ ਸੁਭਾਅ ਹੈ ਨਾ, ਇਹ ਗੁਲਾਮੀ ਪਸੰਦ ਨਹੀਂ ਕਰਦਾ। ਕਿਉਂਕਿ ਜਦੋਂ ਬੰਦੇ ਦਾ ਜਨਮ ਹੁੰਦਾ ਹੈਗਾ ਗੁਲਾਮੀ 'ਚ ਨਹੀਂ ਹੁੰਦਾ, ਕਿਉਂਕਿ ਜਨਮ ਤੋਂ ਬਾਅਦ ਉਹ ਆਕਾਸ਼ ਦੇਖਦਾ, ਕੁਦਰਤ ਦੇਖਦਾ, ਮਾਂ ਬਾਪ ਦੇਖਦਾ ਅਤੇ ਉੱਥੇ ਉਹ ਪਲਣਾ ਪਸੰਦ ਕਰਦਾ। ਅਤੇ ਸਭ ਤੋਂ ਵੱਧ ਜਿਹੜੀ ਸਿਕਿਉਰਿਟੀ ਬੱਚਾ ਮਹਿਸੂਸ ਕਰਦਾ ਉਹ ਆਪਦੀ ਫੈਮਿਲੀ 'ਚ ਕਰਦਾ। ਫੈਮਿਲੀ ਤੋਂ ਬਾਅਦ ਫਿਰ ਸੁਸਾਇਟੀ ਆਉਂਦੀ ਹੈ, ਸੁਸਾਇਟੀ ਤੋਂ ਬਾਅਦ ਫਿਰ ਉਸਦਾ ਪ੍ਰੋਵਿੰਸ ਹੁੰਦਾ, ਦੇਸ਼ ਹੁੰਦਾ ਹੈਗਾ। ਤਾਂ ਮਨੁੱਖੀ ਸੁਭਾਅ ਦੇ ਵਿੱਚ ਗੁਲਾਮੀ ਦੇ ਵਿਰੁੱਧ ਲੜਾਈ ਦੇ ਚਿੰਨ੍ਹ ਹੁੰਦੇ ਆ। ਜੇ ਤੁਸੀਂ ਸਾਰਾ ਇਤਿਹਾਸ ਦੇਖੋਗੇ, ਦੁਨੀਆ ਦਾ ਸਾਰਾ ਵੱਡਾ ਇਤਿਹਾਸ ਜੇ ਫਰੋਲਦੇ ਆ, ਜਿੱਥੇ ਵੀ ਗੁਲਾਮੀ ਸੀ ਉਹ ਗੁਲਾਮੀ ਆਜ਼ਾਦੀ ਵੱਲ ਵਧੀ ਹੈ। ਮਨੁੱਖੀ ਸੁਭਾਅ ਹੀ ਐਸਾ ਸੀਗਾ। ਚਾਹੇ ਤੁਸੀਂ ਅਫਰੀਕਾ 'ਚ ਦੇਖੋ, ਕਿਸੇ ਕੰਟਰੀ ਦਾ ਵੀ ਜੇ ਤੁਸੀਂ ਇਤਿਹਾਸ ਦੇਖੋਗੇ ਕਿ ਬੰਦੇ ਨੇ ਆਪਦੀਆਂ ਜੰਜੀਰਾਂ ਨੂੰ ਤੋੜਿਆ ਅਤੇ ਹੌਲੀ ਹੌਲੀ ਆਪਣੇ ਆਪ ਨੂੰ ਇੰਡੀਪੈਂਡੈਂਟ ਕੀਤਾ। ਫਿਰ ਉਹਨੇ ਆਪਣੀ ਗਵਰਨੈਂਸ ਚੁਣੀ ਅਤੇ ਉਸਨੇ ਦੁਨੀਆ ਵਿੱਚ ਰਹਿਣ ਦਾ ਖੂਬਸੂਰਤ ਸੁਪਨਾ ਜਿਹੜਾ ਹੈਗਾ ਉਹ ਸਜਾਇਆ। ਤੁਸੀਂ ਜ਼ਿਕਰ ਕੀਤਾ ਸੀਗਾ ਕਿ ਇੰਡੀਆ ਦੀ ਇੰਡੀਪੈਂਡੈਂਸ ਦਾ। ਇੰਡੀਆ ਦੀ ਇੰਡੀਪੈਂਡੈਂਸ ਦਾ ਇਤਿਹਾਸ ਜਿਹੜਾ ਹੈਗਾ ਇਹ ਮੈਂ ਇਸ ਨੂੰ ਦੋ ਤਰੀਕਿਆਂ ਤੋਂ ਦੇਖਦਾ ਅਤੇ ਦੋ ਤਰੀਕਿਆਂ ਤੋਂ ਸਾਂਝਾ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਬ੍ਰਿਟਿਸ਼ ਅੰਪਾਇਰ ਜਿਹੜਾ ਸੀਗਾ, ਇਹਦਾ ਜਿਹੜਾ ਵਿਜ਼ਨ ਸੀਗਾ ਉਹ ਐਕਸਪੈਂਸ਼ਨਿਸਟ ਸੀਗਾ ਕਿ ਸਾਰੀ ਦੁਨੀਆ ਦੇ ਉੱਪਰ ਇੱਕੋ ਝੰਡਾ ਚੜਾਉਣਾ। ਔਰ ਉਸ ਟਾਈਮ ਇਹ ਕਹਿੰਦੇ ਹੁੰਦੇ ਸੀ ਕਿ ਅੰਗਰੇਜ਼ਾਂ ਦੀ ਹਕੂਮਤ ਦਾ ਜਿਹੜਾ ਸੂਰਜ ਨਹੀਂ ਛਿਪਦਾ। ਬਿਲਕੁਲ, ਈਸਟ 'ਚ ਵੀ ਰਾਜ ਕਰਨਗੇ, ਵੈਸਟ 'ਚ ਵੀ ਰਾਜ ਕਰਨਗੇ, ਸੂਰਜ ਨਹੀਂ ਛਿਪਦਾ। ਬਹੁਤ ਵੱਡਾ ਅੰਪਾਇਰ ਸੀ, ਬਹੁਤ ਵੱਡੀ ਹਕੂਮਤ ਸੀ, ਬਹੁਤ ਵੱਡੀਆਂ ਪਲੈਨਸ ਸੀ ਉਹਨਾਂ ਦੇ। ਅਤੇ ਜਦੋਂ ਇਹ ਇੰਡੀਆ ਵਿੱਚ ਐਂਟਰ ਕਰਦੇ ਨੇ ਤਾਂ ਉਹ ਜਿਵੇਂ ਜਿੰਨਾ ਵੀ ਇਤਿਹਾਸ ਹੈ, ਜਦੋਂ ਤੁਸੀਂ ਕਿਸੇ ਨੂੰ ਗੁਲਾਮ ਬਣਾਉਣਾ ਤਾਂ ਤੁਸੀਂ ਆਪਦੇ ਢੰਗ ਤਰੀਕੇ ਜਿਹੜੇ ਨੇ ਉਹ ਲੜਾਈ ਵਾਲੇ ਨਹੀਂ ਹੁੰਦੇ। ਇਹ ਉੱਥੇ ਟਰੇਡਰ ਬਣ ਕੇ ਆਏ ਨੇ, ਵਪਾਰੀ ਬਣ ਕੇ ਆਏ ਵੀ ਅਸੀਂ ਤਾਂ ਵਪਾਰ ਕਰਨਾ ਹੈ। ਤਾਂ ਇਹਨਾਂ ਦਾ ਇੱਕ ਸੁਭਾਅ ਵੀ ਸੀ ਬ੍ਰਿਟਿਸ਼ ਅੰਪਾਇਰ ਦਾ ਕਿ ਜਿੱਥੇ ਵੀ ਇਹ ਜਾਂਦੇ ਸੀਗੇ ਨਾ, ਇਹ ਪਹਿਲਾਂ ਵਪਾਰੀ ਬਣ ਕੇ ਜਾਂਦੇ ਸੀ। ਵਪਾਰੀ ਬਣ ਕੇ ਲੋਕਾਂ ਨਾਲ ਮੇਲ ਜੋਲ ਬਣਾਉਂਦੇ ਸੀ, ਉੱਥੋਂ ਉਹਨੂੰ ਫਿਰ ਅੰਡਰਸਟੈਂਡ ਕਰਦੇ ਸੀ। ਪਰ ਜਿਹੜਾ ਉਹਨਾਂ ਦਾ ਬਿਹਾਈਂਡ ਗੋਲ ਰਿਹਾ ਹੈਗਾ ਉਹ ਸੀਗਾ ਵੀ ਉਹਨਾਂ ਲੋਕਾਂ ਦੇ ਉੱਪਰ ਕਿਵੇਂ ਨਾ ਕਿਵੇਂ ਕਾਬਜ਼ ਹੋਇਆ ਜਾਵੇ, ਉਸ ਧਰਤੀ ਦੇ ਰਾਜੇ ਬਣਿਆ ਜਾਵੇ ਅਤੇ ਉਸ ਧਰਤੀ ਦੇ ਜਿੰਨੇ ਵੀ ਰਿਸੋਰਸਿਸ ਨੇ ਸਾਰੇ ਕਾਬੂ ਕੀਤੇ, ਚਾਹੇ ਉਹ ਹਿਊਮਨ ਰਿਸੋਰਸਿਸ ਨੇ ਅਤੇ ਚਾਹੇ ਉਹ ਫਿਜ਼ੀਕਲ ਰਿਸੋਰਸਿਸ ਨੇ, ਉਹਨਾਂ 'ਤੇ ਕਾਬੂ ਕੀਤਾ ਜਾਵੇ। ਬਿਲਕੁਲ। ਤਾਂ ਲੰਬੇ ਸਮੇਂ ਲਈ ਉਹਨਾਂ ਨੇ ਸਾਡੇ 'ਤੇ ਰਾਜ ਕੀਤਾ। ਪਰ ਜਿਹੜਾ ਸਾਡਾ ਭਾਰਤੀਆਂ ਦਾ ਸੁਭਾਅ ਸੀ, ਕਿਉਂਕਿ ਸਾਡੀ ਜਿਹੜੀ ਸੱਭਿਅਤਾ ਭਾਰਤ ਦੀ ਇਹ ਤਕਰੀਬਨ 5000 ਸਾਲ ਪੁਰਾਣੀ ਹੈ। ਇੱਥੇ ਬਹੁਤ ਧਾੜਵੀ ਆਏ,
ਫਿਰ ਬਹੁਤ ਧਾੜਵੀਆਂ ਨੇ ਸਾਨੂੰ ਲੁੱਟਿਆ। ਹੂੰ ਤਾਂ ਸਾਡੇ ਸੁਭਾਅ ਦੇ ਵਿੱਚ ਧਾੜਵੀਆਂ ਨਾਲ ਲੜਨ ਦੀ ਜਿਹੜੀ ਸਮਰੱਥਾ ਸੀ, ਹੂੰ ਇਹਦਾ ਪਹਿਲਾ ਪੱਖ ਸੀਗਾ। ਠੀਕ। ਦੂਸਰਾ ਪੱਖ ਜਿਹੜਾ ਸੀਗਾ ਕਿ ਸਾਡੇ ਜਿਹੜੇ ਪੋਲੀਟੀਕਲ ਲੀਡਰਸ ਸੀ ਉਸ ਟਾਈਮ ਦੇ, ਇੱਕ ਤਾਂ ਉਸ ਟਾਈਮ ਦੇ ਰਾਜੇ ਸੀ ਜਿਹੜੇ ਕਿ ਰਾਜ ਕਰਦੇ ਸੀ, ਜਿਨ੍ਹਾਂ ਨੇ ਆਪਦੇ ਰਾਜ ਨੂੰ ਪ੍ਰੋਟੈਕਸ਼ਨ ਦੇਣੀ ਸੀਗੀ। ਠੀਕ। ਦੂਜਾ ਪੋਲੀਟੀਕਲ ਲੀਡਰਸ ਸੀਗੇ ਜਿਹੜੇ ਚਾਹੁੰਦੇ ਸੀ ਕਿ ਸਾਨੂੰ, ਜਿਹੜੇ ਕਿ ਐਨਲਾਈਟਨਡ ਕਲਾਸ ਸੀਗੀ ਜਿਹਨੂੰ ਕਹਿ ਸਕਦੇ ਆਪਾਂ, ਜਿਹਦੇ 'ਚ ਕਿ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਨੇਤਾ ਜੀ ਸੁਭਾਸ਼ ਚੰਦਰ ਬੋਸ, ਇਸ ਕਿਸਮ ਦੇ ਲੋਕ ਜਿਹੜੇ ਸੀਗੇ, ਤਾਂ ਇਹਨਾਂ ਦੇ ਨਾਲ ਹਜ਼ਾਰਾਂ ਹੋਰ ਐਨਲਾਈਟਨਡ ਲੋਕ ਜਿਹੜੇ ਸੀਗੇ, ਉਹ ਇਹ ਸੋਚਦੇ ਸੀਗੇ ਵੀ ਗੁਲਾਮੀ ਕਿਉਂ, ਦੇਸ਼ ਸਾਡਾ ਸੀ, ਗੁਲਾਮ ਕਿਉਂ ਹੋਈਏ। ਤੇ ਇਸ ਦੇ ਵਿੱਚੋਂ ਜਿਹੜਾ ਸਾਡਾ ਕੇਡਰ ਸੀਗਾ, ਜਿਹੜਾ ਆਮ ਸੁਭਾਅ ਸੀ ਬੰਦੇ ਦਾ, ਉਹਨੂੰ ਤਾਂ ਇੱਕ ਥਾਟ ਚਾਹੀਦਾ ਸੀ। ਤਾਂ ਇਹ ਥਾਟ ਜਿਹੜਾ ਹੈਗਾ ਉਹਨਾਂ ਦੇ ਮਨਾਂ ਵਿੱਚ ਬੀਜ ਦਿੱਤਾ ਗਿਆ। ਕ੍ਰਾਂਤੀ ਦਾ ਥਾਟ ਸੀ ਇੱਕ ਤਰ੍ਹਾਂ ਦੇ ਨਾਲ, ਵੀ ਆਪਾਂ ਆਜ਼ਾਦ ਹੋਣਾ ਹੈ। ਠੀਕ। ਤਾਂ ਜਿਹੜਾ ਆਰਮੀ 'ਚ ਬੈਠਾ ਸੀ ਉਹਦੇ ਮਨ 'ਚ ਵੀ ਗਿਆ, ਜਿਹੜਾ ਕੋਈ ਸਕੂਲ 'ਚ ਪੜ੍ਹਾ ਰਿਹਾ ਸੀ ਉਹਦੇ ਮਨ 'ਚ ਵੀ ਗਿਆ, ਜਿਹੜਾ ਕੋਈ ਕਾਲਜ ਯੂਨੀਵਰਸਿਟੀ 'ਚ ਬੈਠਾ ਸੀ ਉਹਦੇ ਮਨ 'ਚ ਵੀ ਗਿਆ, ਇਹ ਵਪਾਰੀ ਦੇ ਮਨ 'ਚ ਵੀ ਗਿਆ, ਇਹ ਸਾਰੇ ਧਾਰਮਿਕ ਪਲੇਸਿਸ ਦੇ ਵਿੱਚ ਗਿਆ, ਮਸਜਿਦਾਂ ਵਿੱਚ, ਮੰਦਿਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ। ਇਹ ਸਾਰਾ ਜਿਹੜਾ ਸੀਗਾ ਇੱਕ ਥਾਟ ਪ੍ਰੋਸੈਸ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਜਦੋਂ ਗਿਆ, ਤੇ ਜਦੋਂ ਇੰਨਾ ਵੱਡਾ ਥਾਟ ਪ੍ਰੋਸੈਸ ਜਿਹੜਾ ਹੈਗਾ ਹਰ ਮਾਈਂਡ ਦਾ ਹਿੱਸਾ ਬਣ ਜਾਵੇ, ਤਾਂ ਉਹਦੇ ਜਿਹੜੇ ਨਤੀਜੇ ਹਮੇਸ਼ਾ ਖੂਬਸੂਰਤ ਹੁੰਦੇ ਆ। ਬਿਲਕੁਲ। ਉਹਨੂੰ ਇੱਕ ਲੀਡਰ ਦੀ ਲੋੜ ਹੁੰਦੀ ਹੈ ਤੇ ਮੌਕੇ ਦੀ ਲੋੜ ਹੁੰਦੀ ਹੈ। ਤਾਂ ਤੁਸੀਂ ਦੇਖੋ ਵੀ ਅੱਜ ਜੇ ਅਸੀਂ ਇਤਿਹਾਸ ਫਰੋਲੀਏ, ਹਜ਼ਾਰਾਂ ਵਿਅਕਤੀਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਸਾਨੂੰ ਅੱਜ ਉਹਨਾਂ ਨੂੰ ਪ੍ਰਣਾਮ ਕਰਨਾ ਬਣਦਾ। ਉਹ ਆਜ਼ਾਦੀ ਦੇ ਪ੍ਰਵਾਨੇ, ਉਹ ਕਿਸ ਤਰ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸਰਾਭਾ ਸਾਹਿਬ ਔਰ ਇਸ ਤਰ੍ਹਾਂ ਦੇ ਹੋਰ ਮੱਧ ਪ੍ਰਦੇਸ਼ ਦੇ ਵਿੱਚੋਂ, ਕੇਰਲ ਦੇ ਵਿੱਚੋਂ, ਇਹ ਸਾਰਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਤੇ ਉਹ ਉਸ ਵੱਡੀ ਜਿਹੜੀ ਜੱਗ ਸੀ ਜਿਹੜਾ ਸੀਗਾ, ਉਹਦੇ ਵਿੱਚ ਇਹਨਾਂ ਨੇ ਹਿੱਸਾ ਪਾਇਆ, ਤੇ ਜਿਹਦੇ ਕਰਕੇ ਅੱਜ ਅਸੀਂ ਇੱਥੇ ਬੈਠੇ। ਇੱਕ ਤਾਂ ਇਹ ਹੋ ਗਿਆ ਜੀ ਸਾਡਾ ਅੰਦਰੂਨੀ ਜਿਹੜਾ ਦਬਾਅ ਬਣਾਇਆ ਗਿਆ ਬ੍ਰਿਟਿਸ਼ ਹਕੂਮਤ ਦੇ ਖਿਲਾਫ, ਬਾਹਰੀ ਦਬਾਅ ਬਾਰੇ ਵੀ। ਦੂਸਰਾ ਮੈਂ ਤੁਹਾਨੂੰ ਦੱਸਦਾ ਕਿ ਅੰਗਰੇਜ਼ਾਂ ਨੇ ਸੈਕੰਡ ਵਰਲਡ ਵਾਰ ਜਿਹੜੀ ਸੀ ਉਸ ਟਾਈਮ ਸੀ 42-46 ਦਾ ਟਾਈਮ ਜਿਹੜਾ ਸੀ, ਇਹਨਾਂ ਨੂੰ ਕਾਫੀ ਸ਼ਿਕਸਤ ਹੋਈ ਸੀ ਉੱਥੇ ਅੰਗਰੇਜ਼ਾਂ ਦੀ। ਉਸ ਟਾਈਮ ਦੇ ਜਿਹੜਾ ਪ੍ਰਾਈਮ ਮਿਨਿਸਟਰ, ਸ਼ਾਇਦ ਮੇਰੇ ਕੋਲ ਨਾਮ ਵੀ ਹੈ ਉਹਨਾਂ ਦਾ, ਜਿਹੜਾ ਇਹਨਾਂ ਦਾ ਜਿਹਨੂੰ ਖਜ਼ਾਨਾ ਕਹਿੰਦੇ ਆ, ਖਜ਼ਾਨਾ ਕਾਫੀ ਖਾਲੀ ਸੀ। ਤਾਂ ਇਹਨਾਂ ਨੂੰ ਇਹ ਲੱਗਦਾ ਸੀ ਵੀ ਜਿਹੜੀਆਂ ਸਾਡੀਆਂ ਫੋਰਸਿਸ ਨੇ ਉਹ ਵੀ ਸਾਨੂੰ ਉੱਥੇ ਰੱਖ ਨਹੀਂ ਪਾਉਣਗੀਆਂ। ਦੂਸਰਾ ਇਹ ਸੀ ਵੀ ਜਿਹੜੀਆਂ ਫੋਰਸਿਸ ਨੂੰ ਅਸੀਂ ਉੱਥੇ ਲੜਾਉਣਾ, ਡਿਵਾਈਡ ਐਂਡ ਰੂਲ ਦੀ ਪਾਲਿਸੀ ਆ, ਇੱਕ ਤਾਂ ਉਹ ਬਹੁਤ ਐਨਲਾਈਟਡ ਨੇ ਇਸ ਟਾਈਮ, ਅਸੀਂ ਉਹਨਾਂ ਨੂੰ ਕਾਬੂ ਵਿੱਚ ਕਰਕੇ ਲੜਾ ਪਾਵਾਂਗੇ ਕਿ ਨਹੀਂ, ਜ਼ਿਆਦਾ ਲੰਮਾ ਸਮਾਂ ਕਾਬੂ 'ਚ ਨਹੀਂ ਰੱਖ ਸਕਦੇ, ਕਾਬੂ ਨਹੀਂ ਸਕਦੇ। ਇਹ ਬਹੁਤ ਵੱਡਾ ਇੱਕ ਇੰਟਰਨੈਸ਼ਨਲ ਪ੍ਰੈਸ਼ਰ ਸੀਗਾ। ਇਸ ਪ੍ਰੈਸ਼ਰ ਦੇ ਵਿੱਚੋਂ ਇਹਦੀ ਜਿਹੜੀ ਬੈਕਗਰਾਊਂਡ ਤੁਸੀਂ ਦੇਖੋ, ਜਿਹੜੀ ਮੈਂ ਸਮਝਦਾ ਕਿ ਆਜ਼ਾਦੀ ਦੀ ਅੱਜ ਸਾਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਆ, ਉਹ ਸੀਗਾ 1929 ਦਾ ਪੂਰਨ ਸਵਰਾਜ ਜਿਹੜਾ ਸੀਗਾ, ਕੰਪਲੀਟ ਇੰਡੀਪੈਂਡੈਂਸ। ਇਹ ਤੋਂ ਪਹਿਲਾਂ ਤਾਂ ਬਹੁਤ ਇਹਨਾਂ ਨੂੰ ਆਫਰਸ ਸੀਗੀਆਂ, ਤੇ ਜਦੋਂ ਇਹਨਾਂ ਨੇ ਕੰਪਲੀਟ ਰੈਜ਼ੋਲੂਸ਼ਨ ਕੀਤਾ ਕਿ ਜੀ ਸਾਨੂੰ ਤਾਂ ਪੂਰਨ ਸਵਰਾਜ ਚਾਹੀਦਾ, ਤਾਂ ਅੰਗਰੇਜ਼ਾਂ ਨੂੰ ਲੱਗਦਾ ਸੀਗਾ ਵੀ ਇੱਥੇ ਹੁਣ ਅਸੀਂ ਰਹਿ ਨਹੀਂ ਪਾਉਂਦੇ, ਬਗਾਵਤ ਹੋ ਗਈ। ਇਹ ਹੁਣ ਬਗਾਵਤ ਵਰਗੀ ਗੱਲ ਆ। ਕਿਉਂਕਿ ਜਦੋਂ ਤੁਸੀਂ ਇੱਕ ਰਾਜੇ ਨੂੰ ਇਹ ਗੱਲ ਕਹਿ ਦਿਓ ਵੀ ਅਸੀਂ ਤੈਨੂੰ ਰਾਜਾ ਮੰਨਦੇ ਨਹੀਂ ਹੈਗੇ, ਤੇ ਰਾਜੇ ਕੋਲ ਜੇ ਤਾਂ ਤਾਕਤ ਆ ਤਾਂ ਦਬਾ ਲੈਂਦਾ, ਤੇ ਜੇ ਨਹੀਂ ਤਾਕਤ ਤਾਂ ਫਿਰ ਵਿਦਰੋਹ ਕਰਦਾ ਹੈਗਾ। 1900 ਮੇਰਾ ਖਿਆਲ 29 ਦੇ ਵਿੱਚ ਇਹ ਰੈਜ਼ੋਲੂਸ਼ਨ ਹੁੰਦਾ, ਤੇ 1930 ਦੇ ਵਿੱਚ ਪਹਿਲੀ ਤੁਹਾਨੂੰ ਯਾਦ ਹੋਣਾ ਕਿ 26 ਜਨਵਰੀ 1930 ਨੂੰ ਅਸੀਂ ਆਪਦਾ ਇੰਡੀਪੈਂਡੈਂਸ ਡੇ ਮਨਾਇਆ ਸੀ। 26 ਜਨਵਰੀ ਉਸ ਟਾਈਮ 26 ਜਨਵਰੀ, ਤੇ 47 ਤੱਕ ਉਦੋਂ ਜਵਾਹਰ ਲਾਲ ਨਹਿਰੂ ਜਿਹੜੇ ਸੀਗੇ ਉਹਨਾਂ ਨੇ ਕਹਿੰਦੇ ਰਵੀ ਦੇ ਕੰਢੇ ਜਾ ਕੇ ਝੰਡਾ ਜਿਹੜਾ ਸੀਗਾ ਚੜਾ ਦਿੱਤਾ ਸੀਗਾ। ਚਲੋ ਇੱਕ ਹੋਰ ਗੱਲ ਮੈਂ ਕਰਨੀ ਚਾਹੁੰਦਾ ਸੀਗਾ ਜੀ, ਜਿਹੜੇ ਉਦੋਂ ਭਾਰਤ ਦੇ ਵੱਖਰੇ ਵੱਖਰੇ ਸੂਬੇ ਸੀ ਜਾਂ ਹਲਕੇ ਇਲਾਕੇ ਸੀਗੇ, ਉਹਨਾਂ ਤੇ ਲੋਕਲ ਰਾਜਿਆਂ ਦਾ ਰਾਜ ਸੀ। ਉਹ ਉਹਨਾਂ ਦੀਆਂ ਆਪਦੀਆਂ ਫੌਜਾਂ, ਪੂਰੇ ਸ਼ਾਹੀ ਠਾਠ ਵਾਠ ਕਿਲੇ ਉਹਨਾਂ ਦੇ ਆਪਦੇ, ਉਹਨਾਂ ਦਾ ਕੀ ਸੀਗਾ? ਉਹ ਵੀ ਇੱਧਰ ਨੂੰ ਚੱਲੇ ਬ੍ਰਿਟਿਸ਼ ਹਕੂਮਤ ਦੇ ਖਿਲਾਫ, ਜਾਂ ਉਹ ਵਫਾਦਾਰੀ ਰਹੇ? ਦੇਖੋ, ਬਾਹਲੇ ਤਾਂ ਜਿਹੜੇ ਸੀਗੇ ਉਹ ਵਫਾਦਾਰ ਸੀਗੇ। ਉਹਨਾਂ ਨੇ ਆਪ ਦਾ, ਜਿਹਨੂੰ ਕਹਿੰਦੇ ਹੁੰਦੇ ਆ ਕਿ ਥੋੜਾ ਬਹੁਤਾ ਲੈ ਦੇ ਕੇ, ਉਹਨਾਂ ਨੂੰ ਲੱਗਦਾ ਸੀ ਰਾਜ ਭਾਗ ਪਾ ਗਏ, ਕਿਉਂਕਿ ਉਹ ਇਹ ਮੰਨੀ, ਜਿਹੜਾ ਰਾਜਾ ਹੁੰਦਾ ਨਾ ਉਹ ਇਹ ਮੰਨ ਲੈਂਦਾ ਵੀ ਜੇ ਵੱਡਾ ਰਾਜਾ ਮੇਰੇ ਤੇ ਆ ਗਿਆ ਵੀ ਮੈਨੂੰ ਇਹਦੇ ਨਾਲ ਸੰਧੀ ਕਰ ਲੈਣੀ ਚਾਹੀਦੀ ਹੈਗੀ, ਕਰ ਲੈਣੀ ਚਾਹੀਦੀ। ਹਾਂ, ਕਈ ਥਾਵਾਂ ਤੇ ਬਗਾਵਤ ਵੀ ਹੋਈ ਹੈਗੀ। ਤੁਸੀਂ ਪੰਜਾਬ ਦੇ ਵਿੱਚ ਦੇਖੋ, ਮਹਾਰਾਜਾ ਰਣਜੀਤ ਸਿੰਘ ਵਾਲਾ ਜਿਹੜਾ ਟਾਈਮ ਹੈਗਾ ਉਹ ਬਿਲਕੁਲ ਵੱਖਰਾ ਟਾਈਮ ਆ। ਕਿਸ ਢੰਗ ਨਾਲ ਉਹਨਾਂ ਨੇ ਸਰਦਾਰ ਦਲੀਪ ਸਿੰਘ ਨੂੰ
ਬੰਦੀ ਬਣਾ ਕੇ ਕਿ ਉੱਥੋਂ ਦਾ ਰਾਜਾ ਹੀ ਬਾਹਰ ਕੱਢ ਦਿੱਤਾ ਗਿਆ ਤਾਂ ਕਿ ਲੋਕੀ ਆਪਦੇ ਰਾਜੇ ਨੂੰ ਭੁੱਲ ਜਾਣ। ਹਾਂ, ਤਾਂ ਜਿੱਥੇ ਜਿੱਥੇ ਬਗਾਵਤ ਦੀ ਸੁਰਾਈ ਹੈਗੀ ਆ ਉੱਥੇ ਉੱਥੇ ਕੋਸ਼ਿਸ਼ ਜਿਹੜੀ ਸੀਗੀ ਉਹਨਾਂ ਨੂੰ ਦਬਾਉਣ ਦੀ ਕੀਤੀ ਗਈ ਸੀਗੀ। ਤਾਂ ਇਸ ਕਰਕੇ ਇਹ ਨਹੀਂ ਕਹਿ ਸਕਦੇ ਵੀ ਉਹ ਸਾਰੇ ਰਾਜੇ ਜਿਹੜੇ ਸੀਗੇ ਨਾਲ ਸੀਗੇ, ਪਰ ਬਾਈ ਐਂਡ ਲਾਰਜ ਜਿਹੜੀਆਂ ਸਟੇਟਾਂ ਸੀਗੀਆਂ ਉਹਨਾਂ ਦੀ ਕੋਸ਼ਿਸ਼ ਇਹ ਸੀ ਵੀ ਕੋਈ ਕਨਸੈਸ਼ਨ ਲੈ ਲਓ ਤੇ ਲੋਕਾਂ ਦੀ ਸੇਵਾ ਕਰ ਛੱਡੋ ਤੇ ਆਪਣਾ ਰਾਜ ਭਾਗ ਜਿਹੜਾ ਹੈਗਾ। ਤੁਸੀਂ ਪੂਰਨ ਸਵਰਾਜ ਦੀ ਗੱਲ ਕੀਤੀ, ਇਹ ਕਾਂਗਰਸ ਦਾ ਏਜੰਡਾ ਸੀ। ਯੈਸ, ਠੀਕ ਹੈ ਜੀ। ਪਰ ਕਾਂਗਰਸ ਦੇ ਏਜੰਡੇ ਤੋਂ ਵੱਖਰੇ ਤੌਰ ਤੇ ਇੱਕ ਇਨਕਲਾਬੀ ਵੱਡੀ ਧਿਰ ਜਿਹੜੀ ਸੀ ਉਹ ਆਪਣੇ ਤਰੀਕੇ ਨਾਲ ਅੰਗਰੇਜ਼ਾਂ ਨੂੰ ਇੱਥੋਂ ਹਟਾਉਣਾ ਚਾਹੁੰਦੀ ਸੀ, ਭਜਾਉਣਾ ਚਾਹੁੰਦੀ ਸੀ। ਔਰ ਉਹਨਾਂ ਦਾ ਕੋਈ ਸੁਪਨਾ ਵੀ ਵੱਖਰਾ, ਵਿਜ਼ਨ ਵੱਖਰਾ ਸੀ। ਸੁਪਨੇ ਦੀ ਗੱਲ ਨਹੀਂ, ਵਿਜ਼ਨ ਦੀ ਗੱਲ। ਵਿਜ਼ਨ ਉਹਨਾਂ ਦਾ ਸੀਗਾ ਕਿ ਅਸੀਂ ਇੱਥੇ ਇੱਕ ਰੈਵੋਲੂਸ਼ਨ ਲੈ ਕੇ ਆਉਣਾ। ਉਹ ਪੂਰਨ ਸਵਰਾਜ ਦੀ ਗੱਲ ਕਰਦੇ ਸੀ, ਟੋਟਲ ਰੈਵੋਲੂਸ਼ਨ ਦੀ ਗੱਲ ਕਰਦੇ ਸੀ। ਪਰ ਸਾਂਝੀਆਂ ਸਰਗਰਮੀਆਂ ਭਾਵੇਂ ਕਦੀ ਨਹੀਂ ਹੋਈਆਂ, ਪਰ ਮੁੱਦਾ ਤਾਂ ਉਹਨਾਂ ਦਾ ਟੈਂਪਰੇਰੀ ਇਹੀ ਸੀਗਾ ਕਿ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਜਾਵੇ। ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਉਸ ਟਾਈਮ ਨਾ ਵਰਲਡ ਦੇ ਵਿੱਚ ਦੋ ਮੂਵਮੈਂਟਸ ਸੀਗੀਆਂ। ਤਾਂ ਰੈਵੋਲੂਸ਼ਨ ਦੀ ਮੂਵਮੈਂਟ ਸੀ, ਰਸ਼ੀਆ ਦੀ ਬੈਕਗਰਾਊਂਡ ਸੀ। ਜਿਹੜੇ ਰਸ਼ੀਆ ਦੇ ਨਾਲ ਰਸ਼ੀਅਨ ਲਿਟਰੇਚਰ ਪੜ੍ਹਦੇ ਸੀਗੇ, ਪਰਟੀਕੂਲਰਲੀ ਸ਼ਹੀਦ ਭਗਤ ਸਿੰਘ ਤੇ ਇਹਨਾਂ ਦੇ ਨਾਲ ਦੇ ਗਰੁੱਪ ਦੇ ਜਿੰਨੇ ਲੋਕ ਸੀਗੇ ਉਹ ਕ੍ਰਾਂਤੀਕਾਰੀ ਸੀ। ਫਿਰ ਜਿਵੇਂ ਨੇਤਾ ਜੀ ਸੁਭਾਸ਼ ਚੰਦਰ ਬੋਸ ਸੀ, ਉਹਨਾਂ ਦਾ ਵਿਜ਼ਨ ਬਿਲਕੁਲ ਵੱਖਰਾ ਸੀਗਾ। ਉਹਨਾਂ ਦਾ ਬਿਲਕੁਲ ਵੱਖਰਾ ਸੀ ਵਿਜ਼ਨ। ਅਗਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਥੱਲੇ ਆਜ਼ਾਦੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਅੱਜ ਦੀ ਜਿਹੜੀ ਡੈਮੋਕ੍ਰੇਸੀ ਆ ਉਹਦਾ ਜਿਹੜਾ ਚਿਹਰਾ ਮੂਹਰਾ ਜਿਹੜਾ ਵੱਖਰਾ ਹੋਣਾ ਸੀ। ਹਾਂਜੀ, ਜੇ ਸ਼ਹੀਦ ਸਿੰਘ ਭਗਤ ਸਿੰਘ ਹੋਰਾਂ ਦੀ ਸੋਚ ਦੇ ਹਿਸਾਬ ਨਾਲ ਆਜ਼ਾਦੀ ਹੁੰਦੀ, ਕ੍ਰਾਂਤੀ ਵਾਲੀ ਗੱਲ ਹੁੰਦੀ ਤੇ ਕਿਉਂਕਿ ਸਾਡੀ ਅਸੀਂ ਕਹਿੰਦੇ ਹਾਂ ਪੀਸਫੁਲ ਆ, ਪਰ ਇਹ ਪੀਸਫੁਲ ਨਹੀਂ ਹੋਏਗੀ ਕਿਉਂਕਿ ਜੋ 1947 ਦਾ ਦਰਦ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਮੈਂ ਉਹਦੀ ਗੱਲ ਨਹੀਂ ਕਰਨੀ ਚਾਹੁੰਦਾ ਜੀ। 8-10 ਲੱਖ ਬੰਦਾ ਕਹਿੰਦੇ ਜੀ ਮਾਰਿਆ ਗਿਆ। ਮੈਂ ਤਾਂ ਉਹਨਾਂ ਨੂੰ ਵੈਸੇ ਸ਼ਹੀਦ ਹੀ ਕਹਿੰਦਾ ਕਿਉਂਕਿ ਉਹ ਸਾਡੇ ਜਨੂਨ ਦੇ ਸ਼ਿਕਾਰ ਹੋਏ। ਜੇ ਸਿੱਖ ਜਾਂ ਹਿੰਦੂ ਜਿਹੜੇ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਸੀ, ਜਦੋਂ ਉਹ ਇੱਧਰ ਮਾਈਗ੍ਰੇਟ ਹੋਏ ਤੇ ਉਹਨਾਂ ਦੀਆਂ ਲਾਸ਼ਾਂ ਗੱਡੀਆਂ ਭਰ ਆਈਆਂ। ਜਿਹੜੇ ਮੁਸਲਮਾਨ ਪਾਕਿਸਤਾਨ ਜਾਣਾ ਚਾਹੁੰਦੇ ਸੀਗੇ ਨਹੀਂ ਜਾ ਸਕੇ, ਉਹਨਾਂ ਦੀਆਂ ਲਾਸ਼ਾਂ ਗੱਡੀਆਂ ਭਰ ਕੇ ਪਾਕਿਸਤਾਨ ਤੋਰੀਆਂ ਗਈਆਂ। ਫਿਰੋਜ਼ਪੁਰ ਦੇ ਬਾਰਡਰ ਵਾਲੇ ਪਾਸਿਓਂ, ਲਾਹੌਰ ਵਾਲੇ ਪਾਸਿਓਂ, ਅੰਮ੍ਰਿਤਸਰ ਵਾਲੇ ਪਾਸਿਓਂ ਇੱਦਾਂ ਤੋਰੀਆਂ ਗਈਆਂ। ਇਹ ਉਹਨਾਂ ਸਾਰਿਆਂ ਦੀ ਕੁਰਬਾਨੀ, ਉਹਦੀ ਜਿਹੜੀ ਕਹਿ ਲਓ ਵੀ ਬਲੀ ਚੜ੍ਹ ਗਏ। ਇਹ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਨੇ ਉਹਦੀ ਫਾਰਮ ਭਾਵੇਂ ਕੋਈ ਵੀ ਸੀ, ਉਹ ਬੇਕਸੂਰੇ ਸੀਗੇ। ਬੇਕਸੂਰੇ। ਤੁਸੀਂ 10 ਲੱਖ 12 ਲੱਖ ਦੀ ਗੱਲ ਕੀਤੀ ਹੈਗੀ ਆ, ਮੈਂ ਅਨਆਫੀਸ਼ੀਅਲ ਫਿਗਰਸ ਇਸ ਤੋਂ ਸ਼ਾਇਦ ਜ਼ਿਆਦਾ ਕਿਤੇ ਪੜ੍ਹੀਆਂ ਸੀਗੀਆਂ। ਤੇ ਕਿੰਨੇ ਲੋਕ ਜਿਹੜੇ ਬੇਕਾਰ ਹੋਏ ਨੇ, ਬਿਲਕੁਲ ਬੇਕਾਰ ਹੋਏ ਨੇ। ਹੁਣ ਤੱਕ ਕਿਤਾਬੇ ਨਹੀਂ ਆਏ ਉਹ ਲੋਕ। ਹੁਣ ਤੱਕ ਬੇਸ਼ੱਕ ਉੱਧਰ ਤੁਸੀਂ ਦੇਖੋ, ਮੈਂ ਤੁਹਾਡੀ ਸੌਰੀ ਗੱਲ ਕੱਟ ਰਿਹਾ, ਜਿਹੜੇ ਲੋਕ ਪਾਕਿਸਤਾਨ ਗਏ, ਇੰਡੀਆ ਤੋਂ ਗਏ, ਉਹਨਾਂ ਨੂੰ ਉੱਥੇ ਉਸ ਤਰੀਕੇ ਦਾ ਸਤਿਕਾਰ ਨਹੀਂ ਮਿਲਿਆ। ਜਿਹੜੇ ਉੱਧਰੋਂ ਇੱਧਰ ਆਏ ਉਹਨਾਂ ਨੂੰ ਵੀ ਉਸ ਤਰੀਕੇ ਦਾ ਸਤਿਕਾਰ ਨਹੀਂ ਮਿਲਿਆ ਸਰਕਾਰਾਂ ਵੱਲੋਂ, ਕਹਿ ਲਓ। ਠੀਕ ਹੈ ਜੀ। ਦੇਖੋ ਨਾ, ਇਹ ਬਹੁਤ ਕ੍ਰਾਈਸਿਸ ਦਾ ਟਾਈਮ ਸੀਗਾ ਤੇ ਮੈਨੂੰ ਲੱਗਦਾ ਕਿ ਉਸ ਟਾਈਮ ਦੀ ਲੀਡਰਸ਼ਿਪ ਜਿਹੜੀ ਸੀਗੀ, ਉਸ ਲੀਡਰਸ਼ਿਪ ਨੇ ਇਹਦੇ ਤੇ ਹੋਮਵਰਕ ਨਹੀਂ ਕਰ ਪਾਇਆ ਸ਼ਾਇਦ, ਜੋ ਮੈਨੂੰ ਲੱਗਦਾ। ਕਿਉਂਕਿ ਇਹਨਾਂ ਨੂੰ ਉਮੀਦ ਨਹੀਂ ਸੀ ਵੀ ਇੰਨਾ ਕਤਲੇਆਮ ਹੋਊਗਾ। ਇਹਨਾਂ ਨੂੰ ਬਿਲਕੁਲ ਉਮੀਦ ਨਹੀਂ ਸੀ ਕਿਉਂਕਿ ਆਜ਼ਾਦੀ ਦੀ ਜਿਹੜੀ ਡੇਟ ਹੈਗੀ ਆ ਉਹ ਅੰਗਰੇਜ਼ਾਂ ਨੇ ਜੂਨ 1948 ਰੱਖੀ ਸੀ ਵੀ ਅਸੀਂ ਉਦੋਂ ਇਹਨਾਂ ਨੂੰ ਕਰ ਦਿਆਂਗੇ। ਪਰ ਕੁਝ ਹਾਲਾਤ ਬਣ ਗਏ, ਪਹਿਲਾਂ ਜਾਣਾ ਉਹਨਾਂ ਨੇ ਇਹਨੂੰ ਐਡਵਾਂਸ ਕੀਤਾ। ਉਹ 15 ਅਗਸਤ 1947 ਹੈ ਔਰ ਉਹ ਮੈਂ ਦੇਖ ਰਿਹਾ ਸੀਗਾ ਵੀ 15 ਅਗਸਤ 1947 ਵੀ ਇਸ ਕਰਕੇ ਚੁਣੀ ਗਈ ਕਿ ਜਿਹੜੀ ਜਾਪਾਨ ਦਾ ਸਰੈਂਡਰ ਹੁੰਦਾ ਹੈਗਾ ਸੈਕੰਡ ਵਰਲਡ ਵਾਰ ਦੇ ਵਿੱਚ, ਉਹਦੀ ਸ਼ਾਇਦ 2nd ਐਨੀਵਰਸਰੀ ਸੀਗੀ। ਤੇ ਲਾਰਡ ਮਾਊਂਟਬੈਟਨ ਲਿਖਦੇ ਆ ਕਿਤੇ ਕਿ ਮੈਂ ਸੋਚਦਾ ਸੀ ਵੀ ਕਿਹੜੀ ਡੇਟ ਰੱਖੀ ਜਾਵੇ ਤੇ ਮੈਂ ਇਹ ਡੇਟ ਰੱਖੀ ਹੈਗੀ। ਤਾਂ ਜਿਹੜਾ ਤਾਂ ਬੰਦਾ ਰਾਜ ਭਾਗ ਦੇ ਵਿੱਚ ਆ ਉਹ ਆਪਦਾ ਹੋਮਵਰਕ ਹੋਰ ਤਰ੍ਹਾਂ ਕਰ ਰਿਹਾ ਤੇ ਜਿਹੜੇ ਬੰਦੇ ਲੜ ਰਹੇ ਨੇ ਉਹ ਹੋਮਵਰਕ ਹੋਰ ਤਰ੍ਹਾਂ ਕਰ ਰਹੇ। ਦੂਸਰਾ ਜਿਹੜਾ ਸੀਗਾ ਨਾ, ਜਦੋਂ ਇਹ ਡਿਵੀਜ਼ਨ ਹੁੰਦੀ ਹੈਗੀ, ਜੋ ਮੈਂ ਮਹਿਸੂਸ ਕਰਦਾ ਹੈਗਾ ਕਿ ਪਾਕਿਸਤਾਨ ਨੇ ਆਪਣੇ ਆਪ ਨੂੰ ਰਿਲੀਜਨ ਬੇਸਡ ਕਿਹਾ ਕਿ ਦਿਸ ਇਜ਼ ਇਸਲਾਮਿਕ ਸਟੇਟ ਆਫ ਪਾਕਿਸਤਾਨ, ਇਸਲਾਮਿਕ ਦੇਸ਼ ਬਣਾਉਣਾ, ਵੱਖਰਾ ਦੇਸ਼। ਬਿਲਕੁਲ। ਤਾਂ ਪਿਛਲੇ 47 ਤੋਂ ਪਿਛਲੇ 5 ਸਾਲ ਤੱਕ ਇਹ ਇੱਕ ਡਿਬੇਟ ਚੱਲ ਰਹੀ ਸੀਗੀ ਰਿਲੀਜਨ ਦੀ, ਰਿਲੀਜਨ ਵਿੱਚ ਆਵੇ ਨਾ ਆਵੇ, ਰਿਲੀਜਨ ਵਿੱਚ ਆਵੇ ਨਾ ਆਵੇ। ਉਸ ਟਾਈਮ ਦੀ ਜਿਹੜੀ ਲੀਡਰਸ਼ਿਪ ਸੀ, ਜਵਾਹਰ ਲਾਲ ਨਹਿਰੂ ਸੀਗੇ, ਮਹਾਤਮਾ ਗਾਂਧੀ ਸੀ, ਸਕਰੂ ਸਾਹਿਬ ਸੀਗੇ ਤੇ ਹੋਰ ਜਿਹੜੇ ਸੀਗੇ, ਉਹ ਸ਼ਾਇਦ ਡੋਮੀਨੈਂਟ ਵਿਊ ਸੀ ਉਹਨਾਂ ਦਾ ਕਿ ਆਪਾਂ ਨੂੰ ਸੈਕੂਲਰ ਰਹਿਣਾ ਚਾਹੀਦਾ। ਉਹਨਾਂ ਦਾ ਐਕਸਪੀਰੀਅੰਸ ਇਹ ਸੀ ਕਿ ਜਦੋਂ ਆਪਾਂ ਇੰਨੇ ਸਾਲ ਇਕੱਠੇ ਰਹਿ ਕੇ ਤੇ ਫਿਰ ਹੌਲੀ ਹੌਲੀ ਆਪਣੇ ਆਪ ਨੂੰ ਅੱਡ ਕਿਉਂ ਨਹੀਂ ਕਰ ਸਕਦੇ। ਉਹਨਾਂ ਦਾ ਵਿਜ਼ਨ ਇਸ ਕਿਸਮ ਦਾ ਸੀਗਾ।
ਤਾਂ ਜਦੋਂ ਇਹ ਮੈਨੂੰ ਲੱਗਦਾ ਅੰਗਰੇਜ਼ਾਂ ਨੂੰ ਵੀ ਸੂਟ ਕਰਦਾ ਸੀਗਾ ਕਿ ਜੇ ਇਸ ਕਿਸਮ ਦਾ ਹੱਲਾ ਗੁੱਲਾ ਹੋ ਜਾਵੇ ਤਾਂ ਅਸੀਂ ਵਰਲਡ ਨੂੰ ਇਹ ਸਾਬਤ ਕਰ ਦਈਏ ਕਿ ਇਹ ਬੰਦੇ ਕੰਪੀਟੈਂਟ ਨਹੀਂ ਹੈ, ਅਸੀਂ ਤਾਂ ਰਹਿਣਾ, ਅਸੀਂ ਸਾਡੇ ਤਾਂ ਅੰਡਰ ਹੀ ਰਹਿਣੇ ਚਾਹੀਦੇ, ਸਾਡੇ ਅੰਡਰ ਰਹਿਣੇ ਚਾਹੀਦੇ। ਬਿਲਕੁਲ। ਜਿਵੇਂ ਕੋਈ ਡੈਮੋਕ੍ਰੇਸੀ 'ਚ ਵੀ ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਜਾਂਦਾ ਹੈਗਾ ਤਾਂ ਕੋਈ ਐਸੀ ਵੈਸੀ ਗੱਲ ਹੋ ਜਾਵੇ, ਤੁਹਾਨੂੰ ਲੱਗਦਾ, ਤੁਹਾਨੂੰ ਦੇਖੋ ਅਮਰੀਕਾ ਦੇ ਵਿੱਚ ਟਰੰਪ ਦਾ ਜੋ 6 ਜਨਵਰੀ ਨੂੰ ਹੋਇਆ ਸੀਗਾ ਕਿ ਵੀ ਮੈਂ ਹੀ ਸੰਭਾਲ ਸਕਦਾ। ਤਾਂ ਜਿਹੜੀ ਇਸ ਕਿਸਮ ਦੀ ਜਿਹੜੀ ਹੈਗੀ ਆ ਆਜ਼ਾਦੀ ਦੀ ਲੜਾਈ ਦੇ ਵਿੱਚ ਉਹ ਕੁਰਬਾਨੀਆਂ ਨੂੰ ਅਸੀਂ ਰਿਕਗਨਾਈਜ਼ ਕਰਦੇ ਹਾਂ ਅੱਜ ਦੇ ਦਿਨ ਜਿਹੜੀ ਹੈਗੀ ਆ। ਔਰ 15 ਅਗਸਤ ਜਿਹੜਾ 1947 ਤੋਂ ਬਾਅਦ ਜਿਹੜਾ ਹੈਗਾ ਅਸੀਂ ਆਏ ਸਾਲ ਰੈੱਡ ਫੋਰਟ ਦੇ ਉੱਪਰ ਆਪਣਾ ਨੈਸ਼ਨਲ ਫਲੈਗ ਚੜਾਉਣੇ ਹੈਗੇ ਆ ਔਰ ਸਾਰੀ ਇਹਦੇ 'ਤੇ ਗੱਲਬਾਤ ਕਰਦੇ। ਇਸ ਤੋਂ ਪਹਿਲਾਂ ਮੈਂ ਗੱਲ ਹੋਰ ਕਰਨੀ ਚਾਹੁੰਦਾ ਸੀ, ਅੰਗਰੇਜ਼ ਚਲੇ ਗਏ, ਜਾਣ ਲੱਗੇ ਰਾਜ ਭਾਗ ਕਾਂਗਰਸ ਦੇ ਲੀਡਰਾਂ ਨੂੰ ਸੌਂਪ ਗਏ। ਹਾਂਜੀ, ਕਾਂਗਰਸ ਇੱਕ ਮਤਲਬ ਜਮਾਤ ਵਾਲੀ ਗੱਲ ਨਹੀਂ, ਇੱਕ ਪੋਲੀਟੀਕਲ ਪਾਰਟੀ ਦੀ ਗੱਲ ਹੈ, ਉਦੋਂ ਇਹੀ ਜ਼ਿਆਦਾ ਹੁੰਦੇ ਸੀ। ਠੀਕ ਹੈ ਜੀ, ਮੁਸਲਿਮ ਲੀਗ ਸੀ, ਉਹਦਾ ਮੁੱਦਾ ਹੀ ਡਿਫਰੈਂਟ ਸੀਗਾ, ਕਾਂਗਰਸ ਦਾ ਮੁੱਦਾ ਡਿਫਰੈਂਟ ਸੀਗਾ, ਉਹ ਸੌਂਪ ਗਏ। ਪਰ ਕੁਰਬਾਨੀਆਂ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤੇ ਜਿਹੜੀ ਕੁਰਬਾਨੀ ਭਗਤ ਸਿੰਘ ਹੋਰਾਂ ਦਾ ਗਰੁੱਪ ਜਾਂ ਉਹ ਜਿਹੜੇ ਕ੍ਰਾਂਤੀਕਾਰੀ ਸੀ, ਭਾਵੇਂ ਉਹਨਾਂ ਦੀ ਗਿਣਤੀ ਥੋੜੀ ਸੀ, ਪਰ ਹਰ ਸੂਬੇ ਚੋਂ ਤੇ ਹਰ ਧਰਮ ਜਾਤ ਵਿੱਚੋਂ ਉਹਨਾਂ ਦੇ ਨਾਲ ਬੰਦੇ ਜੁੜੇ ਹੋਏ ਸੀ। ਬਿਲਕੁਲ ਠੀਕ ਹੈ। ਉਹਨਾਂ ਨੂੰ ਕਿਉਂ ਨਹੀਂ ਮੌਕਾ ਮਿਲਿਆ? ਕੋਈ ਗੱਲ ਕਿਉਂਕਿ ਬਹੁਤ ਪੁਰਾਣੀ ਹੋ ਗਈ, ਇਤਿਹਾਸ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈਗਾ ਕਿ ਜਿਹੜੇ ਬੰਦਿਆਂ ਦੀਆਂ ਸ਼ਹਾਦਤਾਂ ਨੇ, ਈਵਨ ਤੁਸੀਂ ਦੇਖੋ ਵੀ ਸਿੱਖਾਂ ਦੀਆਂ ਵੀ ਬਹੁਤ ਸ਼ਹਾਦਤਾਂ ਨੇ। ਇਸ ਜੇ ਤੁਸੀਂ ਸਾਰੀ ਇੰਡੀਪੈਂਡੈਂਸ ਮੂਵਮੈਂਟ ਦੇਖਦੇ ਹੋ, ਤੁਸੀਂ ਕੁਰਬਾਨੀਆਂ ਜਿਹੜੀਆਂ ਗਈਆਂ ਸਿੱਖਾਂ ਦੀਆਂ ਬਹੁਤ ਹੈ, ਤੇ ਸਿੱਖ ਵੀ ਇਹ ਮਹਿਸੂਸ ਕਰਦੇ ਰਹੇ ਹੈਗੇ ਤੇ ਕਰਦੇ ਆ ਰਹੇ ਅੱਜ ਤੱਕ ਕਿ ਸਾਨੂੰ ਉਹਨਾਂ ਨਹੀਂ ਮਿਲਿਆ ਜਿੰਨੀ ਸਾਡੀ ਕੰਟਰੀਬਿਊਸ਼ਨ ਸੀ। ਉਹ ਤਾਂ ਆਪਦੇ ਲੀਡਰਾਂ ਨੂੰ ਹੀ ਲਾਂਤਾਂ ਪਾਈ ਜਾਂਦੇ ਵੀ ਸਾਡੇ ਲੀਡਰਾਂ ਨੇ ਗਦਾਰੀ ਕੀਤੀ, ਉਦੋਂ ਇਹਨਾਂ ਨੇ ਗੱਲ ਹੀ ਪੁੱਟਣੀ ਇਸ ਤਰੀਕੇ ਨਾਲ ਕੀਤੀ। ਬਿਲਕੁਲ। ਪਰ ਕ੍ਰਾਂਤੀਕਾਰੀਆਂ ਬਾਰੇ ਤਾਂ ਇਦਾਂ ਦਾ ਕੋਈ ਮਸਲਾ ਨਹੀਂ ਹੈ। ਨਹੀਂ, ਕ੍ਰਾਂਤੀਕਾਰੀਆਂ ਬਾਰੇ ਕੋਈ ਨਹੀਂ, ਕਿਉਂਕਿ ਕ੍ਰਾਂਤੀਕਾਰੀਆਂ ਦੇ ਵਿੱਚੋਂ ਜਿਹੜੇ ਬਚੇ ਖੁਚੇ ਸੀਗੇ ਉਹ ਉਹਨਾਂ ਦਾ ਇਹ ਏਜੰਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਕੁਰਬਾਨੀਆਂ ਨੂੰ ਇਸ ਤਰ੍ਹਾਂ ਕੈਸ਼ ਕਰਾਉਣਾ, ਮਤਲਬ ਸੱਤਾ ਤੇ ਕਾਬਜ ਹੋਣਾ ਉਹਨਾਂ ਦਾ ਮੁੱਦਾ ਹੀ ਨਹੀਂ ਸੀ। ਬਿਲਕੁਲ, ਇਹ ਗੱਲ ਕਲੀਅਰ ਹੋਣੀ ਜਿਹੜੀ ਨਾ, ਮੈਂ ਸਮਝਦਾ ਸੀ ਦਰਸ਼ਕਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਕਾਂਗਰਸ ਪਾਰਟੀ, ਮੁਸਲਿਮ ਲੀਗ ਇਹ ਕਿਵੇਂ ਸੋਚਦੇ ਸੀ ਤੇ ਕ੍ਰਾਂਤੀਕਾਰੀ ਕਿਵੇਂ ਸੋਚਦੇ। ਬਿਲਕੁਲ ਕ੍ਰਾਂਤੀਕਾਰੀਆਂ ਦੇ, ਕਿਉਂਕਿ ਇਹਨਾਂ ਕ੍ਰਾਂਤੀਕਾਰੀ ਡੈਮੋਕ੍ਰੈਟਿਕ ਜਿਹੇ ਹੁੰਦੇ ਆ, ਉਹਨਾਂ ਨੇ ਜੇ ਉਹ ਆਉਂਦੇ ਤਾਂ ਉਹਨਾਂ ਨੇ ਕਹਿਣਾ ਸੀਗਾ ਵੀ ਪਹਿਲਾਂ ਆਪਾਂ ਪਾਰਟੀ ਬਣਾਵਾਂਗੇ, ਫਿਰ ਆਪਾਂ ਡੈਲੀਗੇਟ ਚੁਣਾਂਗੇ, ਫਿਰ ਆਪਾਂ ਇਲੈਕਸ਼ਨ ਕਰਾਵਾਂਗੇ। ਦੇ ਗੋ ਬਾਈ ਏ ਡਿਫਰੈਂਟ ਮੈਥਡ। ਇਹ ਕੀ ਸੀ, ਇੱਕ ਕਾਂਗਰਸ ਪਾਰਟੀ ਜਿਹੜੀ ਸੀ, ਕਾਂਗਰਸ ਪਾਰਟੀ ਨਾ ਕਹਿ ਲਓ, ਉਦੋਂ ਕਾਂਗਰਸ ਲਹਿਰ ਸੀ ਇੱਕ, ਉਸ ਲਹਿਰ ਨੂੰ ਇੱਕ ਪਾਰਟੀ ਮੰਨ ਲਿਆ ਗਿਆ ਔਰ ਉਸ ਪਾਰਟੀ ਦਾ ਜਿਹੜਾ ਹੈੱਡ ਸੀ ਉਸਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਗਿਆ। ਮੈਂ ਸ਼ਾਇਦ ਕਿਤੇ ਪੜ੍ਹਿਆ ਵੀ ਹੈਗਾ ਕਿ ਸ਼ਾਇਦ ਮਹਾਤਮਾ ਗਾਂਧੀ ਦਾ ਥੋੜ੍ਹਾ ਬਹੁਤਾ ਡਿਸਐਗਰੀਮੈਂਟ ਸੀਗਾ ਕਿ ਇਸ ਨੂੰ ਰਿਜ਼ਾਲਵ ਕਰੋ, ਕਿ ਇਹਦਾ ਰੋਲ ਜਿਹੜਾ ਸੀਗਾ ਉਹ ਇੰਡੀਪੈਂਡੈਂਸ ਤੱਕ ਸੀਗਾ, ਇਹ ਤੋਂ ਬਾਅਦ ਤੁਸੀਂ ਜਿਹੜੀ ਹੈਗੀ ਪਾਰਟੀ ਬਣਾਓ ਤੇ ਇਲੈਕਸ਼ਨ ਕਰੋ। ਇਹ ਡਿਬੇਟ ਉਸ ਟਾਈਮ ਹੋਈ ਹੈਗੀ ਆ, ਪਰ ਕਿਉਂਕਿ ਜਿਹੜੀਆਂ ਫੋਰਸਿਸ ਨੇ 30-40 ਸਾਲ ਲੜੇ ਆ, ਉਹਨਾਂ ਦੇ ਜੀ ਤਾਂ ਕਰਦਾ ਨਾ। ਚਲੋ ਹੁਣ ਦੂਸਰੇ ਮੁੱਦੇ ਤੇ ਹੈਗੇ, ਜਿਹੜਾ ਸੈਕੰਡ ਪਾਰਟ ਹੈ ਆਜ਼ਾਦੀ ਵਾਲੇ ਦਿਨ ਤੋਂ ਬਾਅਦ ਜੀ, ਬਿਨਾਂ ਸ਼ੱਕ ਜਿਹੜੀ ਜਿਨ੍ਹਾਂ ਦੇ ਹੱਥ ਵਿੱਚ ਸੱਤਾ ਆਈ ਉਹਨਾਂ ਦੇ ਸਿਰ ਤੇ ਜ਼ਿੰਮੇਵਾਰੀ ਵੀ ਬਹੁਤ ਸੀ, ਉਹਨਾਂ ਦੇ ਮੋਢਿਆਂ ਤੇ ਭਾਰ ਵੀ ਬੜਾ ਸੀ। ਠੀਕ ਹੈ ਜੀ, ਉਹਨਾਂ ਨੇ ਕਨਸਟੀਟਿਊਸ਼ਨ ਵੀ ਬਣਾਇਆ, ਉਹਨਾਂ ਨੇ ਦੇਸ਼ ਦੀਆਂ ਬਾਉਂਡਰੀਜ਼ ਨੂੰ ਵੀ ਸਟਰੋਂਗ ਕਰਨ ਦੀ ਗੱਲ ਕੀਤੀ, ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ। ਇੱਕ ਵਾਰੀ ਤਾਂ ਇੱਦਾਂ ਲੱਗਦਾ ਸੀਗਾ ਕਿ ਦੇਸ਼ ਦਾ ਕਾਇਆਕਲਪ ਹੋ ਜਾਣਾ। ਜਵਾਹਰ ਲਾਲ ਨਹਿਰੂ ਦੇ ਟਾਈਮ ਤੱਕ ਇਹ ਇੱਦਾਂ ਲੱਗ ਰਿਹਾ ਸੀਗਾ ਜਿੱਦਾਂ 5 ਸਾਲਾ ਯੋਜਨਾਵਾਂ ਚਲਾਈਆਂ ਗਈਆਂ, ਐਗਰੀਕਲਚਰ ਨੂੰ ਪ੍ਰਾਇੋਰਟੀ ਦਿੱਤੀ ਗਈ, ਹੋਰ ਸਾਰਾ ਕੁਛ, ਇੰਡਸਟਰੀ ਦੀ ਗੱਲ, ਐਜੂਕੇਸ਼ਨ ਦੀ ਗੱਲ, ਬੜੀਆਂ ਡਿਵੈਲਪਮੈਂਟਸ ਹੋਈਆਂ। ਬਿਨਾਂ ਸ਼ੱਕ ਬਹੁਤ ਕੰਮ ਹੋਇਆ ਜਿਹਦਾ ਜ਼ਿਕਰ ਕਰਨਾ ਬਣਦਾ। ਪਰ ਉਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਹੋਰਾਂ ਨੂੰ ਬਹੁਤ ਥੋੜ੍ਹਾ ਟਾਈਮ ਮਿਲਿਆ ਤੇ ਉਹ ਉਸੇ ਸਮੇਂ ਦੌਰਾਨ ਹੀ ਗੁਆਂਢੀ ਮੁਲਕ ਨਾਲ ਜਿਹੜੀ ਸੀ ਜੰਗ ਲੱਗ ਗਈ। ਫਿਰ ਇੰਦਰਾ ਗਾਂਧੀ ਦਾ ਜਿਹੜਾ ਸੀ ਦੌਰ ਆਇਆ। ਇੰਦਰਾ ਗਾਂਧੀ ਦੇ ਦੌਰ ਦੇ ਵਿੱਚ ਵੀ ਸੋਸ਼ਲ ਇਕਨੋਮਿਕ ਜਿਹੜੀਆਂ ਸੀ ਰਿਫਾਰਮਸ ਜਿਹੜੀਆਂ ਸੀ ਉਹ ਚਲਾਉਣ ਦੀ ਗੱਲ ਹੋਈ, ਕਾਮਯਾਬੀ ਮਿਲੀ ਨਹੀਂ ਮਿਲੀ ਇੱਕ ਸਭ ਵੱਖਰਾ ਸਬਜੈਕਟ, ਪਰ ਉਸ ਤੋਂ ਬਾਅਦ ਯਕਦਮ ਹੀ ਹਾਲਾਤ ਬਦਲ ਗਏ। ਮੈਂ ਇਹਨੂੰ ਨਾ ਥੋੜ੍ਹਾ ਜਿਹਾ ਵੱਖਰਾ ਕਰਕੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਇੱਕ ਤਾਂ ਇਹ ਹੈਗਾ ਕਿ ਇੰਡੀਵਿਜੂਅਲ ਪ੍ਰਾਈਮ ਮਿਨਿਸਟਰ ਦੇ ਟਾਈਮ ਕੀ ਹੋਇਆ। ਇੱਕ ਮੈਂ ਜੋ ਇਸ ਨੂੰ ਇਸ ਤਰ੍ਹਾਂ ਦੇਖਦਾ ਕਿ ਜਿਹੜੀ ਇੰਡੀਪੈਂਡੈਂਸ ਹੈ ਇਹ ਬੇਸਿਕਲੀ ਕਿਸੇ ਆਪਣੀ ਡੈਮੋਕ੍ਰੇਸੀ ਸਟੈਬਲਿਸ਼ ਕੀਤੀ ਹੈ। ਜਦੋਂ ਅਸੀਂ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਹੈ ਤਾਂ ਅਸੀਂ ਉਹਦੇ ਵਿੱਚ ਲਿਖਦੇ ਹਾਂ ਕਿ ਅਸੀਂ ਆਪਣੀ ਡੈਮੋਕ੍ਰੇਸੀ ਆ, ਅਸੀਂ ਆਪਣੀ ਸਰਕਾਰ ਚੁਣਨੀ ਹੈ, ਅਸੀਂ ਸੋਵਰਨ ਹੈ, ਅਸੀਂ ਕਿਸੇ ਦੇ ਥੱਲੇ ਨਹੀਂ ਹੈਗੇ, ਸਾਡੀ ਪਾਰਲੀਮੈਂਟ ਸੁਪਰੀਮ ਹੈਗੀ ਆ। ਤਾਂ ਸਾਰੀਆਂ ਚੀਜ਼ਾਂ ਅਸੀਂ ਉਦੋਂ ਡਿਫਾਈਨ ਕੀਤੀਆਂ
ਤੇ ਜੇ ਇਸ ਨੂੰ ਪਿਛਲੇ 1950 ਤੋਂ 2022 ਤੱਕ ਦੇਖਦੇ ਹਾਂ, ਮੈਂ ਥੋੜਾ ਜਿਹਾ ਐਨਾਲਿਸਿਸ ਕਰਨਾ ਚਾਹੁੰਦਾ ਕਿ ਇੰਡੀਪੈਂਡੈਂਸ ਦੇ 3 ਪੈਰਾਮੀਟਰਸ ਜਿਹੜੇ ਹੈਗੇ ਤੁਹਾਨੂੰ ਦੇਖਣੇ ਪੈਂਦੇ ਆ ਵੀ ਤੁਸੀਂ ਕੀ ਉਹਦੇ ਵਿੱਚ ਕਾਮਯਾਬ ਹੋ ਜਾਂ ਨਹੀਂ ਕਾਮਯਾਬ। ਠੀਕ। ਅਸੀਂ ਪਹਿਲੇ ਕੀਤੀ ਕਿ ਅਸੀਂ ਡੈਮੋਕ੍ਰੇਸੀ ਇਸਟੈਬਲਿਸ਼ ਕੀਤੀ। ਡੈਮੋਕ੍ਰੇਸੀ ਦੇ 3 ਪਿਲਰਸ ਸੀਗੇ, ਲੈਜਿਸਲੇਚਰ, ਐਗਜ਼ੈਕਟਿਵ ਤੇ ਜੁਡੀਸ਼ਰੀ। ਜੇ ਮੈਂ ਇਸ ਨੂੰ ਪਹਿਲੇ 25 ਸਾਲ, ਫਿਰ ਅਗਲੇ 25 ਤੇ ਫਿਰ ਅਗਲੇ 25 'ਚ ਜੇ ਐਨਾਲਿਸਿਸ ਕਰਨ ਦੀ ਕੋਸ਼ਿਸ਼ ਕਰਦਾ ਕਿ ਪਹਿਲੇ 25 ਸਾਲ ਸਾਡੇ ਬਹੁਤ ਖੂਬਸੂਰਤ ਸੀਗੇ ਕਿ ਇਹ ਤਿੰਨੋਂ ਜਿਹੜੇ ਸੀਗੇ, ਲੈਜਿਸਲੇਟਿਵ ਵੀ ਤੇ ਸਾਡੀ ਐਗਜ਼ੈਕਟਿਵ ਵੀ ਤੇ ਸਾਡੀ ਜੁਡੀਸ਼ਰੀ ਵੀ ਸੀਗੀ, ਇਹ ਕਾਫੀ ਇੰਡੀਪੈਂਡੈਂਟ ਸਟਰੋਂਗ ਸੀ। ਸ਼ਾਇਦ ਉਦੋਂ ਟਾਈਮ ਉਹਦੇ ਪੈਰਲਲ ਟਾਈਮ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਸੀਗੇ, ਫਿਰ ਇਹ ਸੀਗੇ ਲਾਲ ਬਹਾਦਰ ਸ਼ਾਸਤਰੀ ਸੀਗੇ। ਚੇਂਜ ਕਿੱਥੇ ਆਈ ਹੈਗੀ ਤੇ ਕੀ ਅਸੀਂ ਉਸ ਚੈਲੰਜ ਨੂੰ ਸਾਡੀ ਡੈਮੋਕ੍ਰੇਸੀ ਆਊਟਵਿਟ ਕਰ ਸਕੀ ਕਿ ਨਹੀਂ ਕਰ ਸਕੀ? ਉਹ ਹੈਗੀ ਆ ਐਮਰਜੈਂਸੀ। ਬਿਲਕੁਲ। ਐਮਰਜੈਂਸੀ ਜਿਹੜੀ ਦੈਟ ਵਾਜ਼ ਅ ਬਲੈਕ ਚੈਪਟਰ ਆਫ ਡੈਮੋਕ੍ਰੇਸੀ। ਦੈਟ ਵਾਜ਼ ਜਸਟ ਕਿ ਜਦੋਂ ਤੁਹਾਡੇ ਕਨਸਟੀਟਿਊਸ਼ਨਲ ਜਿਹੜੀਆਂ ਤੁਹਾਡੇ ਫੰਡਾਮੈਂਟਲਸ ਨੇ ਉਹੀ ਸਸਪੈਂਡ ਹੋ ਜਾਣ, ਇਹਦਾ ਮਤਲਬ ਕਿ ਉਹ ਤੁਹਾਡੀ ਇੰਡੀਪੈਂਡੈਂਸ ਤੇ ਅਟੈਕ ਸੀਗਾ ਤੇ ਅਥਾਰਟੇਰੀਅਨ ਰੂਲ ਵੱਲ ਚੱਲ ਰਿਹਾ। 30 ਸਾਲਾਂ ਦੇ ਅੰਦਰ 25 ਤੋਂ 30 ਸਾਲ ਦੇ ਅੰਦਰ ਇੱਕ ਬਹੁਤ ਵੱਡੀ ਚੇਂਜ ਆ। ਹਾਂਜੀ, ਅਸੀਂ ਉਹ ਐਕਸਪੈਰੀਮੈਂਟ ਕਰਨਾ ਚਾਹਿਆ, ਸਾਡੇ ਪ੍ਰਾਈਮ ਮਿਨਿਸਟਰ ਨੇ ਉਹ ਐਕਸਪੈਰੀਮੈਂਟ ਕਰਨਾ ਚਾਹਿਆ, ਪਰ ਸਾਡੀ ਡੈਮੋਕ੍ਰੇਸੀ ਦਾ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਪਿਲਰ ਸੀਗਾ ਲੋਕਾਂ ਦਾ ਵਿਸ਼ਵਾਸ ਕਿ ਉਹਨਾਂ ਨੇ ਐਮਰਜੈਂਸੀ ਦੇ ਵਿਰੁੱਧ ਲਾਮਬੰਦ ਹੋਏ ਤਾਂ ਉਸ ਨੂੰ ਅੰਡੂ ਕੀਤਾ। ਬਿਲਕੁਲ। ਤਾਂ ਇੱਥੇ ਅਸੀਂ ਬਹੁਤ ਸਕਸੈਸ ਜਾਣੀ ਕੀਤੀ ਹੈਗੀ ਆ। ਉਸ ਤੋਂ ਬਾਅਦ ਥੋੜ੍ਹੀਆਂ ਬਹੁਤੀਆਂ ਅਮੈਂਡਮੈਂਟਸ ਜਿਹੜੀਆਂ ਹੋਈਆਂ ਗਈਆਂ ਨੇ। ਦੂਸਰਾ ਜਿਹੜਾ ਮੈਂ ਦੇਖਿਆ ਕਿ 2014 ਤੋਂ ਬਾਅਦ ਕਿਉਂਕਿ ਅਸੀਂ ਹੁਣ ਤੱਕ ਪੰਚਸ਼ੀਲ ਤੇ ਸੈਕੂਲਰ ਫੈਬਰਿਕ ਬਣਾਉਂਦੇ ਆਏ ਆ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨ, ਬੋਧੀ, ਇਹ ਸਾਡੇ ਗੁਲਦਸਤੇ ਦੇ ਵਿੱਚ ਫੁੱਲ ਨੇ, ਇਹ ਸਾਡੇ ਮਾਈਂਡ ਸੈਟ ਦਾ ਹਿੱਸਾ। ਬਿਲਕੁਲ। ਔਰ ਅਸੀਂ ਇਹ ਚਾਹੁੰਦੇ ਸਾਡੇ ਬੱਚਿਆਂ ਦੇ ਮਾਈਂਡ ਸੈਟ ਦਾ ਹਿੱਸਾ ਹੋਵੇ, ਤਾਂ ਹੀ ਅਸੀਂ ਸੈਕੂਲਰ। ਔਰ ਇਹ ਡੈਮੋਕ੍ਰੇਸੀ ਦਾ ਇੱਕ ਫੰਡਾਮੈਂਟਲ ਪ੍ਰਿੰਸੀਪਲ ਸੀਗਾ ਆਜ਼ਾਦੀ ਤੋਂ ਪਹਿਲਾਂ ਕਿ ਅਸੀਂ ਸੈਕੂਲਰ ਹੈਗੇ। ਤੇ ਜਿਹੜੇ ਇਸਲਾਮਿਕ ਸਟੇਟ ਵਾਲੇ ਸੀ ਉਹ ਤਾਂ ਵੱਖਰੇ ਹੋ ਗਏ ਸੀਗੇ, ਤੇ ਜਿਹੜੇ ਮੁਸਲਮਾਨਾਂ ਨੇ ਸਾਡੇ ਨਾਲ ਆਪਟ ਕੀਤਾ ਸੀ ਉਹਨਾਂ ਨੇ ਸੈਕੂਲਰ ਕੀਤਾ ਸੀ, ਜਿਨ੍ਹਾਂ ਨੇ ਸਿੱਖਾਂ ਨੇ ਕੀਤਾ ਸੀ ਉਹ ਸੈਕੂਲਰ ਕਰਕੇ ਆਪਟ ਕੀਤਾ ਸੀਗਾ। ਤਾਂ 2014 ਤੋਂ ਬਾਅਦ ਦੀ ਜੋ ਮੈਂ ਦੇਖਦਾ ਹੈਗਾ ਕਿ ਜਿਹੜੀ ਵਰਕਿੰਗ ਹੈਗੀ ਆ, ਜੋ ਇਸ ਟਾਈਮ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਆ, ਉਹਨਾਂ ਨੇ ਇਸ ਡੈਮੋਕ੍ਰੇਸੀ ਦੇ ਇੱਕ ਫੰਡਾਮੈਂਟਲਸ ਨੂੰ ਟੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਲਾਈਕ ਐਮਰਜੈਂਸੀ ਕਿ ਹਿੰਦੂ ਰਾਸ਼ਟਰ। ਕਿਉਂਕਿ ਹਿੰਦੂ ਰਾਸ਼ਟਰ ਤੇ ਕਨਸਟੀਟਿਊਟ ਅਸੈਂਬਲੀ ਵਿੱਚ ਬਹੁਤ ਵੱਡੀ ਡਿਬੇਟ ਹੋਈ ਉੱਥੇ ਸ਼ਬਦ ਭਾਰਤ ਤੇ ਵੀ ਡਿਬੇਟ ਹੋਈ ਵੀ ਭਾਰਤ ਸ਼ਬਦ ਰੱਖਣਾ ਕਿ ਨਹੀਂ ਰੱਖਣਾ, ਹਿੰਦੁਸਤਾਨ ਰੱਖਣਾ ਕਿ ਭਾਰਤ ਰੱਖਣਾ। ਇਸ ਝੰਡੇ ਤੇ ਪੂਰੀ ਡਿਬੇਟ ਹੋਈ ਜਵਾਹਰ ਲਾਲ ਨਹਿਰੂ ਜੀ ਦੇ ਆਪਦੇ ਕਮੈਂਟ ਨੇ ਕਿ ਝੰਡਾ ਬਹੁਤ ਸੋਚ ਸਮਝ ਕੇ ਚੁਣਿਆ ਹੋਇਆ ਸੀ, ਉਦੋਂ ਵੀ ਕਿੰਤੂ ਪਰੰਤੂ ਹੋਏ ਸੀਗੇ। ਤਾਂ ਇਹ ਜਿਹੜੇ ਸਾਡੇ ਪਿਲਰ ਸੀ ਇਹ 2014 ਤੋਂ ਜੋ ਤੁਸੀਂ ਪਿਛਲੇ 8 ਸਾਲ ਦੀ ਇਹ ਪੋਲੀਟੀਕਲ ਨੈਰੇਟਿਵ ਦੇਖਦੇ ਹੋ ਤਾਂ ਮੈਨੂੰ ਲੱਗਦਾ ਕਿ ਜਿਹੜਾ ਇਨਲਾਈਟਡ ਬੰਦਾ ਹੈਗਾ ਉਹ ਭਾਵੇਂ ਕਰ ਤਾਂ ਨਹੀਂ ਸਕਦਾ ਕੁਛ, ਇੰਟੈਲੈਕਚੁਅਲ ਕਰ ਤਾਂ ਨਹੀਂ ਸਕਦਾ ਕੁਛ, ਪਰ ਉਹਦੀ ਸੋਚ ਦਾ ਇਹ ਹਿੱਸਾ ਕਿ ਮੈਂ ਡੈਮੋਕ੍ਰੇਸੀ ਦੇ ਵਿੱਚ ਇਹ ਨੈਰੇਟਿਵ ਨਹੀਂ ਬਣ ਦੇਣਾ। ਬਿਲਕੁਲ। ਉਹਦੀ ਕੋਸ਼ਿਸ਼ ਹੈ, ਉਹ ਕਿੰਨੀ ਕੰਟਰੀਬਿਊਸ਼ਨ ਕਰ ਸਕਦਾ ਕਿੰਨੀ ਨਹੀਂ ਕਰ ਸਕਦਾ ਬਾਅਦ ਦੀ ਗੱਲ। ਮੈਂ ਪਿੱਛੇ ਜੇ 3-4 ਪੋਲੀਟੀਕਲ ਸਾਇੰਟਿਸਟ ਸੀਗੇ, ਉਹਨਾਂ ਨੂੰ ਇਹ ਕੁਐਸਚਨ ਕੀਤਾ ਸੀ ਕਿਸੇ ਨੇ, ਠੀਕ ਹੈ, ਕਿ ਤੁਸੀਂ ਦੱਸੋ ਵੀ ਇਸ ਨੈਰੇਟਿਵ ਦਾ, ਤਾਂ ਮੈਨੂੰ ਨਾ ਉਸ ਕੁਐਸਚਨ ਦੇ ਉਸ ਆਨਸਰ ਨੇ ਬਹੁਤ ਸੰਤੁਸ਼ਟੀ ਦਿੱਤੀ ਸੀ। ਉਹ ਕਹਿੰਦੇ ਸੀਗੇ ਵੀ ਮੇਰਾ ਐਨਾਲਿਸਿਸ ਇਹ ਆ ਕਿ ਇਨ ਦੀ ਨੈਕਸਟ 50 years ਇਹ ਨੈਰੇਟਿਵ ਜਿਹੜਾ ਇਹ ਬਿਲਡ ਨਹੀਂ ਹੋ ਸਕਦਾ, 50 ਸਾਲ ਇਹਦੇ ਪੈਰ ਨਹੀਂ ਲੱਗਣਗੇ, 50 ਸਾਲ ਜਾਨੀ ਇਹਦੇ ਪੈਰ ਨਹੀਂ ਲੱਗਣਗੇ। ਬਿਲਕੁਲ। ਤੇ 50 ਸਾਲ ਬਾਅਦ ਕਹਿੰਦਾ ਫਿਰ ਦੁਨੀਆ ਬਦਲ ਜਾਣੀ, ਦੁਨੀਆ ਬਦਲ ਜਾਣੀ। ਦੈਟ ਗੇਵ ਮੀ ਸੈਟਿਸਫੈਕਸ਼ਨ ਕਿ ਜਿਹੜੀ ਆਜ਼ਾਦੀ ਮੈਨੂੰ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਮਿਲੀ ਆ, ਇਹ ਜਾਨੀ ਜਿਹੜਾ ਦੂਸਰਾ ਐਕਸਪੈਰੀਮੈਂਟ ਹੈਗਾ। ਹੁਣ ਤੀਸਰਾ ਕੋਈ ਬੰਦਾ ਆਉਂਦਾ ਉਹ ਤੀਜਾ ਐਕਸਪੈਰੀਮੈਂਟ ਕੀ ਕਰਦਾ। ਤਾਂ ਮੈਂ ਇਹ ਕਹਿਣਾ ਕਿ ਸਾਡੀ ਜਿਹੜੀ ਇੰਡੀਪੈਂਡੈਂਸ ਆ ਉਹਦੇ ਜਿਹੜੇ ਫੰਡਾਮੈਂਟਲਸ ਨੇ, ਤੁਸੀਂ ਅਜੇ ਵੀ ਇਹਨੂੰ ਮਤਲਬ 14 ਤੋਂ ਲੈ ਕੇ 22 ਤੱਕ ਵਾਲੇ ਪੀਰੀਅਡ ਨੂੰ ਇਹ ਸਮਝਦੇ ਆ ਕਿ ਇੱਕ ਖਾਸ ਧਿਰ ਵੱਲੋਂ ਐਕਸਪੈਰੀਮੈਂਟ ਹੀ ਹੈ। ਐਕਸਪੈਰੀਮੈਂਟ ਅਜੇ ਉਹਦੇ 'ਚ ਉਹ ਕਿੰਨੇ ਕਾਮਯਾਬ ਹੋਏ ਆ ਕਿੰਨੇ ਨਹੀਂ ਹੋਏ ਇਹ ਐਨਾਲਿਸਿਸ ਕਰਨ ਦਾ ਮੌਕਾ ਨਹੀਂ ਆਇਆ। ਨਹੀਂ, ਕਿਉਂਕਿ ਦੇਖੋ ਮੈਂ ਕੱਲ ਦੀ ਜੇ ਲੇਟੈਸਟ ਦੇਖਾਂ ਇਸ ਇੰਡੀਪੈਂਡੈਂਸ ਦੀ ਵੱਡੀ ਘਟਨਾ ਮੈਂ ਸਮਝਦਾ ਕਿ NDA ਵਿੱਚੋਂ ਨਿਤੀਸ਼ ਕੁਮਾਰ ਬਾਹਰ ਆਏ ਨੇ। ਬਿਲਕੁਲ। ਤਾਂ ਉਹਨਾਂ ਨੇ ਇੱਕ ਗੱਲ ਕਹੀ ਆ
ਕਹਿੰਦੇ ਜਿਹੜੇ ਬੰਦੇ 2014 ਚ ਜਿੱਤੇ ਨੇ ਉਹ ਜ਼ਰੂਰੀ ਨਹੀਂ ਕਿ 2024 ਚ ਵੀ ਆਉਣ। ਬਿਲਕੁਲ ਇਹ ਨੈਰੇਟਿਵ ਨੂੰ ਸਟਾਪ ਲੱਗਣ ਦਾ ਇੱਕ ਇੰਡੀਕੇਸ਼ਨ ਹੈ। ਉਹ ਤਾਂ ਇਹ ਹੋ ਗਿਆ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਜਿੰਨੇ ਵੀ ਲੋਕ ਜੁੜੇ ਸੀ, ਪਾਰਟੀਆਂ ਛੋਟੀ ਸੀ ਵੱਡੀ ਸੀ, ਸਾਰੇ ਬਾਹਰ ਹੋ ਗਏ। ਇਹ ਨੈਰੇਟਿਵ ਜਿਹੜਾ ਹੈਗਾ ਜਾਨੀ ਮੈਨੂੰ ਲੱਗਦਾ ਕਿ ਇਸ ਨੈਰੇਟਿਵ ਦੇ ਉੱਪਰ ਹੁਣ ਡਿਬੇਟ ਸ਼ੁਰੂ ਹੋ ਜੂਗੀ। ਜਦੋਂ ਕਿਸੇ ਡੈਮੋਕ੍ਰੇਸੀ ਵਿੱਚ ਡਿਬੇਟ ਸ਼ੁਰੂ ਹੋ ਜੂਗੀ ਤਾਂ ਉਹ ਡਿਬੇਟ ਜਿਹੜੀ ਹੁੰਦੀ ਹੈਗੀ ਲੋਕਾਂ 'ਚ ਜਾਂਦੀ ਹੈ, ਤੇ ਲੋਕ ਫਿਰ ਇੱਥੇ ਤੁਹਾਨੂੰ ਪਤਾ ਲੋਕ ਮਤ ਹੈ, ਉਹ ਕਿਸੇ ਨੂੰ ਕੁਰਸੀ ਤੇ ਬਿਠਾ ਸਕਦੇ ਆ, ਕਿਸੇ ਨੂੰ ਕੁਰਸੀ ਪਲਟਾ ਸਕਦੇ ਆ। ਤਾਂ ਇਹ ਮੇਰੇ ਜਾਨੀ ਇਹ ਇਸ ਕਿਸਮ ਦਾ ਹੈਗਾ। ਦੂਸਰੀ ਜਿਹੜੀ ਸਾਡੀ ਜੁਡੀਸ਼ਰੀ ਕਿੰਨੀ ਸਾਡੀ ਇੰਡੀਪੈਂਡੈਂਟ ਹੈਗੀ ਆ। ਤੁਹਾਨੂੰ ਯਾਦ ਹੋਣਾ ਕਿ 75 ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਜਿਹੜੇ ਸੀਗੇ ਉਹ ਉਹਨਾਂ ਨੇ ਸੁਪਰਸੀਡ ਕੀਤਾ ਗਿਆ ਸੀਗਾ। ਤਾਂ ਜੁਡੀਸ਼ਰੀ ਜਿਹੜੀ ਇਹ ਵੀ ਔਨ ਸਲਾਟ ਸੀਗਾ ਉਸ ਟਾਈਮ। ਹੁਣ ਉਵੇਂ ਤਾਂ ਨਹੀਂ ਹੋਇਆਗਾ। ਹੁਣ ਐ ਤਾਂ ਹੋਇਆ ਵੀ ਸੁਪਰੀਮ ਕੋਰਟ ਦੇ ਜੱਜਸ ਨੇ ਕੁਝ ਜੱਜਮੈਂਟਸ ਦਿੱਤੀਆਂ ਜਿਹੜੀਆਂ ਕਿ ਲੱਗਿਆ ਕਿ ਪ੍ਰੋ ਗਵਰਨਮੈਂਟ ਨੇ, ਪਰ ਜਿਹੜੇ ਹੁਣ ਰੀਸੈਂਟ ਰਿਟਾਇਰ ਹੋਏ ਨੇ ਉਹਨਾਂ ਦਾ ਮੈਂ ਨੈਰੇਟਿਵ ਦੇਖ ਰਿਹਾ ਸੀ ਐਂਟੀ ਗਵਰਨਮੈਂਟ ਉਹਨਾਂ ਦਾ। ਮੈਂ ਐਂਟੀ ਗਵਰਨਮੈਂਟ ਨਹੀਂ ਕਹਿ ਰਿਹਾ ਸੀਗਾ, ਦੈਟ ਵਾਸ ਪ੍ਰੋ ਕਨਸਟੀਟਿਊਸ਼ਨ। ਬਿਲਕੁਲ ਕਨਸਟੀਟਿਊਸ਼ਨ ਦੀ ਗੱਲ ਕਿਉਂਕਿ ਨਾ ਜੁਡੀਸ਼ਰੀ ਨੂੰ ਇਹ ਗੱਲ ਕਹੀ ਗਈ ਹੈ ਕਨਸਟੀਟਿਊਸ਼ਨ ਨਹੀਂ, ਗਵਰਨਮੈਂਟ ਮਹਿਸੂਸ ਕਰਦੀ ਵੀ ਸਾਡੇ ਖਿਲਾਫ ਹੈਗਾ, ਗਵਰਨਮੈਂਟ ਵੀ ਮਹਿਸੂਸ ਕਰੀ, ਪਰ ਉਹਨਾਂ ਨੇ ਇਹ ਗੱਲ ਕਹੀ ਮੈਨੂੰ ਬਹੁਤ ਅੱਛੀ ਲੱਗੀ ਉਹਨਾਂ ਦੀ ਕਿ ਲੋਕਾਂ ਦਾ ਵਿਸ਼ਵਾਸ ਕਨਸਟੀਟਿਊਸ਼ਨ 'ਚ ਹੈ। ਗਵਰਨਮੈਂਟਾਂ ਆਉਂਦੀਆਂ ਗਵਰਨਮੈਂਟਾਂ ਜਾਂਦੀਆਂ ਨੇ। ਤੀਜਾ ਪੱਖ ਜਿਹੜਾ ਹੈਗਾ ਕਿ ਜਿਹੜੇ ਸਾਡੇ ਲੀਡਰਸ ਨੇ ਇਹ ਬਹੁਤ ਇਹਨਾਂ 'ਚ ਕਮੀਆਂ ਵੀ ਹੋ ਸਕਦੀਆਂ ਨੇ, ਪਰ ਮੈਂ ਨਾ ਪਿਛਲੇ ਜੇ 47 ਤੋਂ ਹੁਣ ਤੱਕ ਦਾ ਐਨਾਲਿਸਿਸ ਕਰਦਾ ਕਿ ਜਿੰਨੇ ਵੀ ਸਾਡੇ ਪ੍ਰਾਈਮ ਮਿਨਿਸਟਰ ਹੋਏ ਨੇ ਉਹਨਾਂ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਇਸ ਨੂੰ ਐਸੇ ਤਰੀਕੇ ਦੇ ਨਾਲ ਪਾਵਰ 'ਚ ਰਹਿ ਜਾਵਾਂ। ਦੇਖੋ ਜਦੋਂ ਵੀ ਸਰਕਾਰ ਦੇ ਵਿਰੁੱਧ ਨੋ ਕੌਨਫੀਡੈਂਸ ਮੋਸ਼ਨ ਹੋਇਆ ਤਾਂ ਉਹਨਾਂ ਨੇ ਆਪਦੇ ਕਾਗਜ਼ ਰੱਖਤੇ। ਇਹ ਉਹਨਾਂ ਦੀ ਵੈਸੇ ਮੈਂ ਸਮਝਦਾ ਕਿ ਵੀ ਸ਼ੁੱਡ ਐਪਰੀਸ਼ੀਏਟ ਦਿਸ ਪਾਰਟ। ਪ੍ਰਾਈਮ ਮਿਨਿਸਟਰ ਕੋਈ ਵੀ ਹੋਇਆ, ਜਦੋਂ ਇੰਦਰਾ ਗਾਂਧੀ ਅਨਸੀਟ ਹੋਏ ਨੇ ਤਾਂ ਪਾਸੇ ਗਏ ਨੇ। ਤੁਹਾਨੂੰ ਯਾਦ ਹੋਣਾ ਕਿ ਕਿੱਡੇ ਪਾਵਰਫੁਲ ਸਟੇਟਸਪਰਸਨ ਮੈਂ ਤਾਂ ਕਹਿੰਦਾ ਉਹਨਾਂ ਨੂੰ ਵਾਜਪਾਈ ਜੀ ਸੀ। ਉਹਨਾਂ ਦੀ ਔਨ ਦੀ ਫਲੋਰ ਆਫ ਦੀ ਪਾਰਲੀਮੈਂਟ, ਕਈ ਗਵਰਨਮੈਂਟ ਔਨ ਦੀ ਫਲੋਰ ਆਫ ਦੀ ਪਾਰਲੀਮੈਂਟ, ਤੇ ਉਹਨਾਂ ਨੇ ਪੈਨ ਦੇ ਨਾਲ ਲਿਖ ਦਿੱਤਾ ਵੀ ਨਹੀਂ ਮੈਂ ਅੱਜ ਪ੍ਰਾਈਮ ਮਿਨਿਸਟਰ ਨਹੀਂ ਹੈਗਾ। ਇਹ ਸਾਡੀ ਡੈਮੋਕ੍ਰੇਸੀ ਦੀ ਖੂਬਸੂਰਤੀ ਆ, ਬਿਊਟੀ ਆ। ਕਿਉਂਕਿ ਜਦੋਂ 15 ਪ੍ਰਾਈਮ ਮਿਨਿਸਟਰ ਇੱਕ ਨੈਰੇਟਿਵ ਸੈੱਟ ਕਰਕੇ ਜਾਣ, ਇੱਕ ਪ੍ਰੈਸੀਡੈਂਟ ਸੈੱਟ ਕਰਕੇ ਜਾਣ ਕਿ ਵੀ ਜੇ ਮੈਨੂੰ ਮੈਜੋਰਿਟੀ ਹੈ ਤਾਂ ਮੈਂ ਰਹੂੰਗਾ, ਨਹੀਂ ਮੈਂ ਪਾਸੇ ਹੋ ਜਾਊਗਾ, ਤਾਂ ਜਿਹੜਾ 16ਵਾਂ ਪ੍ਰਾਈਮ ਮਿਨਿਸਟਰ ਹੈ ਨਾ ਉਹ ਫਿਰ ਐਸੀ ਕੋਸ਼ਿਸ਼ ਨਹੀਂ ਕਰੂਗਾ। ਜੇ ਕਰੂਗਾ ਤਾਂ ਸ਼ਾਇਦ ਉਹਦੀ ਕੋਸ਼ਿਸ਼ ਨੂੰ ਫਲ ਨਹੀਂ ਪਊਗਾ। ਇਹ ਮੇਰੀ ਇਸ ਕਿਸਮ ਦੀ ਅੰਡਰਸਟੈਂਡਿੰਗ ਹੈ। ਜਿਹੜੇ ਲੋਕਾਂ ਨੇ ਆਜ਼ਾਦੀ ਦਾ ਸੁਪਨਾ ਲਿਆ ਸੀ ਜੀ, ਆਜ਼ਾਦੀ ਵੀ ਅਸੀਂ ਗੁਲਾਮੀ ਦਾ ਜੂੜਾ ਲਾ ਦੇਣਾ ਜੀ, ਉਹਨਾਂ ਦੇ ਮਨਾਂ 'ਚ ਸੁਪਨੇ ਹੋਣਗੇ ਨਾ ਕਿ ਸਾਡਾ ਦੇਸ਼ ਜਿਹੜਾ ਉਹ ਇਸ ਤਰੀਕੇ ਦਾ ਹੋਵੇ, ਹਾਂਜੀ, ਉੱਥੇ ਹਰ ਇੱਕ ਨੂੰ ਧਾਰਮਿਕ ਆਜ਼ਾਦੀ ਹੋਵੇ, ਹਰ ਇੱਕ ਨੂੰ ਸਮਾਜਿਕ ਆਜ਼ਾਦੀ ਹੋਵੇ, ਆਰਥਿਕਤਾ ਜਿਹੜੀ ਆ ਉਹ ਸੁਧਰੇ, ਹਾਂਜੀ, ਦੇਸ਼ ਦੇ ਵਿੱਚ ਲੋਕਾਂ ਨੂੰ ਮੈਡੀਕਲ ਸਹੂਲਤਾਂ, ਸਿਹਤ ਸਹੂਲਤਾਂ, ਐਜੂਕੇਸ਼ਨ ਦੀਆਂ ਸਹੂਲਤਾਂ, ਇਹ ਸਾਰੀਆਂ ਜਿਹੜੀਆਂ ਬਹੁਤ ਵਧੀਆ ਹੋਣ। ਇੱਦਾਂ ਦੇ ਸੁਪਨੇ ਹੁੰਦੇ ਆ, ਹਰ ਇੱਕ ਬੰਦੇ ਨੂੰ ਰੁਜ਼ਗਾਰ ਹੋਵੇ, ਹਰ ਇੱਕ ਬੰਦੇ ਦਾ ਇੱਜ਼ਤ ਮਾਣ ਹੋਵੇ ਸਮਾਜ ਵਿੱਚ। ਉਹ ਨਹੀਂ ਹੋਇਆ ਉਸ ਤਰੀਕੇ ਨਾਲ। ਇੱਕ ਆਮ ਆਦਮੀ ਦੇ ਜਿਹੜੇ ਆਮ ਆਦਮੀ ਵੱਲੋਂ ਤੁਸੀਂ ਕੀ ਮਹਿਸੂਸ ਕਰਦੇ ਕਿ ਕਿੱਥੇ ਰਹਿ ਗਈ ਕਮੀ? ਇਹਦੇ ਨਾਲ ਮੈਂ ਦੋ ਪੱਖ ਦੇਖਦਾ। ਇੱਕ ਪੱਖ ਤਾਂ ਜਿਹੜਾ ਤੁਸੀਂ ਕਿਹਾ ਉਹ ਬਿਲਕੁਲ ਦਰੁਸਤ ਹੈਗਾ ਕਿ ਜਿਹੜੀ ਸਾਡੀ ਪਾਵਰਟੀ ਹੈਗੀ ਆ ਤੇ ਸਾਡੀ ਇਲਿਟਰੇਸੀ ਤੇ ਸਾਡੀ ਜਿਹੜੀ ਹੈਲਥ ਵਾਲੇ ਇਸ਼ੂਜ਼ ਨੇ, ਇਹਦੇ ਉੱਪਰ ਅਸੀਂ ਆਲਮੋਸਟ ਫੇਲ ਹੋਏ ਹੈਗੇ ਕਿ ਜਦੋਂ ਤੁਹਾਡੀ 50-60% ਪਾਪੂਲੇਸ਼ਨ ਕੋਲੇ ਸਕੂਲ ਨਾ ਹੋਵੇ, ਤੁਹਾਡੀ 50-60% ਕੋਲ ਕੋਈ ਹੈਲਥ ਨਾ ਹੋਵੇ, ਤੇ ਮਨਰੇਗਾ ਕਿਉਂ ਚਲਾਉਣੀ ਪਈ? ਡਾਕਟਰ ਮਨਮੋਹਨ ਸਿੰਘ ਜੀ ਨੇ ਮਨਰੇਗਾ ਚਲਾਈ। ਉਹ ਇਹ ਮਨਰੇਗਾ ਦਾ ਮਤਲਬ ਇੰਡੀਕੇਟ ਕਰਦਾ ਸੀਗਾ ਕਿ ਲੋਕਾਂ ਕੋਲ ਰੁਜ਼ਗਾਰ ਨਹੀਂ ਹੈ, ਘੱਟੋ ਘੱਟ ਤੇ ਉਹਨਾਂ ਨੂੰ ਘੱਟੋ ਘੱਟ ਰੋਟੀ ਦਿਓ। ਬਿਲਕੁਲ। ਤਾਂ ਇਸ ਪੱਖ ਦੇ ਉੱਪਰ ਅਸੀਂ ਕਾਫੀ ਫੇਲ ਹੋਏ ਹੈਗੇ। ਇਹ ਸਾਡੀਆਂ ਪਾਲਿਸੀਜ਼ ਕਹਿ ਸਕਦੇ ਹਾਂ। ਤੇ ਜਿਹੜਾ ਦੂਸਰਾ ਪੱਖ ਹੈਗਾ ਉਹ ਵੀ ਮੈਨੂੰ ਲੱਗਦਾ ਕਿ ਬਹੁਤ ਅੱਛਾ ਪੱਖ ਹੈਗਾ ਕਿ ਜੇ ਡੈਮੋਕ੍ਰੇਸੀ ਆਈ ਹੈ, ਇੰਡੀਪੈਂਡੈਂਸ ਆਈ ਹੈਗੀ ਹੈ, ਤੇ ਮੈਂ ਲੇਟੈਸਟ ਮੈਂ ਇੱਕ ਆਰਟੀਕਲ ਦੇਖ ਰਿਹਾ ਸੀਗਾ ਕਿ ਗਲੋਬ ਦੇ ਉੱਪਰ ਅਸੀਂ ਉਸ ਇੰਡੀਪੈਂਡੈਂਸ ਕਰਕੇ, ਪੜ੍ਹਾਈ ਕਰਕੇ, ਆਪਦੇ ਦੇਸ਼ ਦੇ ਵਿੱਚ ਪ੍ਰਫੁੱਲਤ ਹੋ ਕੇ ਅਸੀਂ ਉਸ ਗਲੋਬ ਤੇ ਪਹੁੰਚੇ ਤੇ ਅਸੀਂ ਉੱਥੋਂ ਦੇ ਰਾਜ ਭਾਗ ਦਾ ਹਿੱਸਾ ਬਣ ਜਾ ਰਹੇ ਹਾਂ। ਤੁਸੀਂ ਅਮਰੀਕਾ 'ਚ ਦੇਖੋ ਕਮਲਾ ਹੈਰਿਸ ਨੇ, ਤੁਸੀਂ ਉੱਥੇ ਦੇਖੋ ਯੂਕੇ ਦੇ ਵਿੱਚ ਮਿਸਟਰ ਸੁਨਾਕ ਨੇ ਆ ਰਹੇ ਨੇ, ਉਹਨਾਂ ਦਾ ਨਾਮ ਆ ਰਿਹਾ ਹੈਗਾ। ਤਾਂ ਮੈਂ ਉਹਦਾ ਹੈਡਿੰਗ ਇਹ ਸੀ, ਟਾਈਟਲ ਮੈਨੂੰ ਬਹੁਤ ਅੱਛਾ ਲੱਗਿਆ ਕਿ ਜਿਹੜੇ ਇੰਡੀਅਨਸ ਨੇ ਇਹ ਰੈਕਨਿੰਗ ਫੋਰ ਫੋਰਸ ਨੇ।
ਤੇ ਜਦੋਂ ਗਲੋਬ ਤੇ ਵਰਲਡ ਲੀਡਰਸ ਦੇਖਦੇ ਨੇ ਤਾਂ ਪਹਿਲੀ ਡੈਮੋਕ੍ਰੇਸੀ ਦੇਖਦੇ ਨੇ ਉਹ ਅਮਰੀਕਾ, ਹਾਂਜੀ, ਫਿਰ ਯੂਰਪ ਦੇ ਵਿੱਚ ਦੇਖਦੇ ਨੇ, ਫਿਰ ਆ ਕੇ ਇੰਡੀਆ ਤੇ ਖੜਦੇ ਨੇ। ਤਾਂ ਲਾਰਜੈਸਟ ਡੈਮੋਕ੍ਰੇਸੀ ਦੇ ਤੌਰ ਤੇ ਇਹਦਾ ਰਿਕਗਨਾਈਜ਼ ਹੋਣਾ ਔਰ UN ਦੇ ਵਿੱਚ ਰਿਕਗਨਾਈਜ਼ ਹੋ ਜਾਣਾ, ਇਹ ਤੇ ਖੂਬਸੂਰਤ ਵਕਤ। ਜੇ ਉਹ ਕੁਰਬਾਨੀਆਂ ਨਾ ਹੋਈਆਂ ਹੁੰਦੀਆਂ ਨਾ 1947 ਤੱਕ, ਜੇ ਕੁਰਬਾਨੀਆਂ ਨਾ ਹੋਈਆਂ ਹੁੰਦੀਆਂ, ਇਹ ਮੈਂ ਦਾਅਵੇ ਨਾਲ ਗੱਲ ਕਹਿਣਾ ਕਿ ਅਸੀਂ ਇੱਥੇ ਨਹੀਂ ਸੀ ਪਹੁੰਚ ਸਕਣਾ, ਇਸ ਜਗ੍ਹਾ ਤੇ ਨਹੀਂ ਸੀ, ਅਸੀਂ ਕਲੋਨੀਅਲ ਰਹਿਣਾ ਸੀ, ਅਸੀਂ ਫਿਊਡਲ ਰਹਿਣਾ ਸੀ, ਅਸੀਂ ਜ਼ਮੀਨਾਂ ਪਿੱਛੇ ਲੜਨਾ ਸੀ, ਐਜੂਕੇਸ਼ਨ ਤਾਂ ਅਸੀਂ ਦੇ ਨਹੀਂ ਸੀ ਸਕਣੀ ਕਿਉਂਕਿ ਉਹ ਮਾਈਂਡ ਦਾ ਹਿੱਸਾ ਹੀ ਨਹੀਂ ਸੀ, ਹੈਲਥ ਸਾਨੂੰ ਪਤਾ ਹੀ ਨਹੀਂ ਸੀਗਾ। ਇਹ ਇੰਡੀਪੈਂਡੈਂਸ ਕਰਕੇ ਅਸੀਂ ਗਲੋਬਲ ਹੋ ਗਏ, ਸਾਨੂੰ ਵਰਲਡ ਲੀਡਰਸ ਮਿਲ ਗਏ, ਬਹੁਤ ਅੱਛੇ ਲੀਡਰਸ ਵੀ ਮਿਲੇ ਨੇ, ਐਸੀ ਨਹੀਂ ਗੱਲ ਹੈਗੀ। ਤੇ ਇੱਕ ਗੱਲ ਜਿਹੜੀ ਹੈਗੀ ਆ ਕਿ ਪੋਲੀਟੀਕਲ ਲਾਈਫ, ਇਹਦੇ ਤੇ ਜ਼ਰੂਰ ਸਾਨੂੰ ਕਮੈਂਟ ਕਰਨਾ ਬਣਦਾ ਹੈਗਾ ਕਿ ਜਿੰਨੀ ਪੋਲੀਟੀਕਲ ਲਾਈਫ ਦੇ ਵਿੱਚ ਨਿਗਾਰ ਆਇਆ ਪੋਲੀਟੀਕਲ ਲੋਕਾਂ ਦਾ, ਉਹਨਾਂ ਆਮ ਲੋਕਾਂ 'ਚ ਨਹੀਂ ਆਇਆ। ਆਮ ਲੋਕੀ ਅਜੇ ਵੀ ਸੱਚ ਪਸੰਦ, ਬਿਲਕੁਲ ਸੱਚ ਪਸੰਦ। ਤਾਂ ਪੋਲੀਟੀਕਲ ਕਲਾਸ ਨੂੰ ਇਸ ਦਿਨ ਤੇ 15 ਅਗਸਤ 1947 ਤੇ ਸੈਲਫ ਐਨਾਲਿਸਿਸ ਕਰਨਾ ਚਾਹੀਦਾ ਕਿ ਸਾਡੇ ਲੋਕ ਸਾਡੇ ਤੋਂ ਅੱਗੇ ਲੰਘ ਗਏ। ਤੁਸੀਂ ਦੇਖੋ ਜੀ, ਪੋਲੀਟੀਕਲ ਤੁਸੀਂ ਲੋਕਾਂ ਦੇ ਐਨਾਲਿਸਿਸ ਦੀ ਗੱਲ ਕਰਦੇ ਆ, ਮੈਜੋਰਿਟੀ ਆਫ ਪਾਰਲੀਮੈਂਟੇਰੀਅਨ, ਮੈਜੋਰਿਟੀ ਆਫ ਜਿਹੜੇ ਕ੍ਰਿਮੀਨਲ ਹੈਗੇ, ਉਹ ਵੀ ਮੈਂ ਲੱਗਾ ਸੀ ਗੱਲ ਕਹਿਣ ਵੀ ਉਹ ਕ੍ਰਿਮੀਨਲ ਹੈਗੇ, ਉਹ ਸੈਲਫ ਡਿਕਲੇਅਰਡ ਕ੍ਰਿਮੀਨਲ। ਉਹਨਾਂ ਬਾਰੇ ਦੂਜਾ ਬੰਦਾ ਨਹੀਂ ਕੋਈ ਤੋਹਮਤ ਲਾਉਂਦਾ ਪਿਆ, ਉਹ ਆਪ ਦੱਸਦੇ ਕਿ ਅਸੀਂ ਇਸ ਕਰਤੂਤ ਦੇ ਮਾਲਕ। ਬਿਲਕੁਲ, ਔਰ ਵੈਬਸਾਈਟਸ ਤੇ ਪਿਆ ਹੈਗਾ। ਹਾਂਜੀ। ਤੇ ਇੱਕ ਜਿਹੜਾ ਹੋਰ ਇਹਦਾ ਪੱਖ ਇਹ ਹੈਗਾ ਵੀ ਇਸ ਕ੍ਰਿਮੀਨਲਾਈਜੇਸ਼ਨ ਦੇ ਉੱਪਰ ਹੁਣ ਡਿਬੇਟ ਤਾਂ ਸ਼ੁਰੂ ਹੈਗੀ ਹੈ। ਉਹਨਾਂ ਨੇ ਕਿਹਾ ਵੈਬਸਾਈਟ ਤੇ ਪਾਓ ਥੋੜ੍ਹੇ, ਤੇ FIR ਕਿੰਨੀਆਂ ਦਰਜ ਹੋਈਆਂ ਨੇ, ਕਿਉਂਕਿ ਨਾ ਅਸੀਂ ਕਲੋਨੀਅਲ ਸਿਸਟਮ ਦੇ ਵਿੱਚੋਂ ਆਏ ਸੀਗੇ ਤੇ ਡੈਮੋਕ੍ਰੇਸੀ ਸਾਨੂੰ ਮਿਲੀ ਹੈਗੀ। ਅਸੀਂ ਮੈਚਿਓਰ ਡੈਮੋਕ੍ਰੇਟ ਨਹੀਂ ਬਣ ਪਾਏ। ਅਜੇ ਵੀ ਸਾਨੂੰ ਲੱਗਦਾ ਵੀ 4 ਬੰਦੇ ਸਾਨੂੰ ਸਤਿ ਸ੍ਰੀ ਅਕਾਲ ਬੁਲਾਉਣ, ਅਜੇ ਵੀ ਸਾਨੂੰ ਲੱਗਦਾ ਕਿ 4 ਗੱਡੀਆਂ ਮੂਹਰੇ ਜਾਣ, 4 ਗੱਡੀਆਂ ਸਾਡੇ ਪਿੱਛੇ ਜਾਣ। ਅਸੀਂ ਮੈਚਿਓਰ ਡੈਮੋਕ੍ਰੇਸੀ ਵੱਲ ਨਹੀਂ ਤੁਰੇਗੇ। ਤਾਂ ਇਹਨਾਂ ਦਿਨ ਜਾਨੀ ਅਸੀਂ ਇੰਡੀਪੈਂਡੈਂਸ ਡੇ ਕਿਉਂ ਮਨਾਉਣੇ ਆ ਕਿ ਅਸੀਂ ਆਪਦਾ ਆਉਣ ਵਾਲਾ ਏਜੰਡਾ ਜਿਹੜਾ ਹੈਗਾ ਉਹ ਨਿਰਧਾਰਿਤ, ਪਿਛਲੇ ਨੂੰ ਵੀ ਯਾਦ ਰੱਖੀਏ, ਪਿਛਲੇ ਦਾ ਐਨਾਲਿਸਿਸ ਕਰਦੇ ਹਾਂ, ਫਿਕਸ ਕਰ ਲਈਏ ਤੇ ਉਹਦੇ ਅਗਲੇ ਪਾਸੇ ਅਸੀਂ ਜਾਂਦੇ ਹਾਂ। ਇੱਕ ਆਮ ਆਦਮੀ ਦਾ ਕੀ ਏਜੰਡਾ ਹੋਣਾ ਚਾਹੀਦਾ ਜੀ ਭਾਰਤ ਵਿੱਚ? ਦੇਖੋ, ਮੈਂ ਪੋਪ ਨਾ ਇੰਗਲਿਸ਼ ਆਥਰ ਹੋਏ ਨੇ, ਤੇ ਉਹਨਾਂ ਨੇ ਪੁੱਛਿਆ ਸੀ ਵੀ ਸਰਕਾਰ ਕੈਸੀ ਹੋਣੀ ਚਾਹੀਦੀ ਆ, ਅਥੋਰੀਟੇਰੀਅਨ ਹੋਣੀ ਚਾਹੀਦੀ ਆ ਜਾਂ ਡੈਮੋਕ੍ਰੈਟਿਕ ਹੋਣੀ ਚਾਹੀਦੀ ਆ, ਸਿੰਗਲ ਪਾਰਟੀ, ਕੋਈ ਇਸ ਕਿਸਮ ਦਾ ਉਹਨਾਂ ਦੇ ਮਨ 'ਚ ਵਿਚਾਰ ਸੀ। ਉਹ ਕਹਿੰਦੇ ਵੀ ਮੈਂ ਉਸ ਸਰਕਾਰ ਨੂੰ ਹੀ ਵਧੀਆ ਮੰਨਦਾ ਜਿਹੜੀ ਆਪਦੇ ਸਬਜੈਕਟਸ ਦਾ ਖਿਆਲ ਰੱਖਦੀ ਹੈ। ਬਿਲਕੁਲ, ਸਬਜੈਕਟਸ ਦਾ। ਤੇ ਸਬਜੈਕਟਸ ਦਾ ਖਿਆਲ ਕੀ ਹੈਗਾ? ਬੇਸਿਕ ਗੱਲਾਂ ਨੇ, ਐਜੂਕੇਸ਼ਨ ਹੈ, ਹੈਲਥ ਹੈ, ਤੇ ਇੰਪਲੋਇਮੈਂਟ ਹੈ, ਤੇ ਗੁੱਡ ਗਵਰਨੈਂਸ ਹੈ, ਤੇ ਰੂਲ ਆਫ ਲਾ ਹੈ। ਬਿਲਕੁਲ, ਸਾਰਿਆਂ ਵਾਸਤੇ ਇਹ ਪੋਸੀਬਲ ਨਹੀਂ ਹੋ ਸਕਿਆ, ਤਾਂ ਹੀ ਅਸੀਂ ਗੱਲ ਬੈਠੇ ਕਰਦੇ ਹਾਂ। ਬਿਲਕੁਲ, ਗੱਲ ਉਸ ਪੱਖ ਤੇ ਜਿੱਥੇ ਆਪਾਂ ਫੇਲ ਹੋ ਤੇ ਫੇਲ, ਤੇ ਜਿੱਥੇ ਸਕਸੈਸਫੁਲ ਆ, ਵੇਖੋ ਸਕਸੈਸਫੁਲ ਪੱਖ ਵੀ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਹੈਗਾ ਕਿ ਸਾਡਾ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਦੀ ਵਰਕਿੰਗ ਹੈ, ਸਾਡੇ ਇੰਸਟੀਚਿਊਟਸ ਨੇ, IIM ਹੈ, IIT ਹੈਗਾ, ਸਾਡੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ। ਬੰਦੇ ਆਏ ਹੋਣਗੇ, ਮਾੜੇ ਵੀ ਆਏ ਹੋਣਗੇ, ਚੰਗੇ ਵੀ ਆਏ ਹੋਣਗੇ, ਪਰ ਇੰਸਟੀਚਿਊਸ਼ਨ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਸ ਨੇ, ਸਾਡੀ ਗ੍ਰੀਨ ਰੈਵੋਲੂਸ਼ਨ ਹੈ। ਔਰ RTI ਦਾ ਜੇ ਮੈਂ ਦੇਖਦਾ ਕਿ ਕੈਨੇਡਾ ਦੇ ਵਿੱਚ ਵੀ ਜੇ 3-3 ਮਹੀਨੇ ਲੈ ਲੈਂਦੇ ਆ, 4-4 ਮਹੀਨੇ ਲੈ ਲੈਂਦੇ, ਮੈਂ ਪਾ ਕੇ ਦੇਖੀ ਆ। ਔਰ ਉੱਥੇ ਤੁਹਾਨੂੰ 20 ਦਿਨ ਬਾਅਦ ਇੰਡੀਆ ਦੇ ਵਿੱਚ RTI ਦਾ ਜਵਾਬ ਮਿਲਦਾ। ਤੇ ਜਿਹੜਾ ਰਾਈਟ ਟੂ ਇਨਫੋਰਮੇਸ਼ਨ, ਇੰਨੀ ਟਰਾਂਸਪੇਰੈਂਸੀ ਡਾਕਟਰ ਮਨਮੋਹਨ ਸਿੰਘ ਵੇਲੇ ਆਈ। ਬਿਲਕੁਲ, ਤਾਂ ਅਸੀਂ ਜਿਹੜੀਆਂ ਮੈਚਿਓਰ ਡੈਮੋਕ੍ਰੇਸੀ ਦੀਆਂ ਕਈ ਚੀਜ਼ਾਂ ਜਿਹੜੇ ਸਾਡੇ ਲੀਡਰ ਇੱਧਰ ਆ ਕੇ ਦੇਖ ਗਏ, ਉਹਨਾਂ ਨੂੰ ਅਸੀਂ ਇੰਪੋਰਟੈਂਸ ਦੇਣੀ ਚਾਹੀਦੀ, ਯਾਦ ਵੀ ਕਰਨਾ ਚਾਹੀਦਾ, ਕਿਉਂਕਿ ਜੇ ਤੁਹਾਡੀ ਗਵਰਨੈਂਸ ਦੇ ਵਿੱਚ ਵਧੀਆ ਬੰਦੇ ਹੋਣਗੇ ਨਾ ਤਾਂ ਉਹ ਥੱਲੇ ਬੰਦਿਆਂ ਦਾ ਨੈਚੁਰਲੀ ਖਿਆਲ ਰੱਖਣਗੇ। ਇਹ ਕੁਝ ਗੱਲਾਂ ਸਾਨੂੰ ਜਿਹੜੀਆਂ ਅਸੀਂ ਆਜ਼ਾਦੀ ਦਿਨ ਦੇ ਨਾਲ ਜੋੜ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਜਿਸ ਗੱਲ ਤੇ ਐਮਫਸਾਈਜ਼ ਮੈਂ ਵੀ ਕੀਤਾ ਤੇ ਪ੍ਰੋਫੈਸਰ ਸਾਹਿਬ ਨੇ ਵੀ ਕੀਤਾ, ਉਹ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਅਸਲ ਵਿੱਚ ਉਹਨਾਂ ਨੂੰ ਯਾਦ ਕਰਨ ਦਾ ਦਿਨ ਹੈ ਅੱਜ। ਹਾਂ, ਤੁਸੀਂ ਇੱਕ ਦੇਸ਼ ਦਾ ਝੰਡਾ ਹੈ, ਉਹਨੂੰ ਚਲਾਉਣਾ ਚਾਹੀਦਾ, ਉਹਦਾ ਆਪਣਾ ਮੁਕਾਮ ਹੈ, ਆਪਣਾ ਉਹਦੀ ਇੰਪੋਰਟੈਂਸ ਆਪਣੀ ਹੈਗੀ ਹੈ, ਪਰ ਇੱਕ ਝੰਡਾ ਚੜ੍ਹਾ ਦੇਣਾ ਹੀ ਸਫੀਸ਼ੀਐਂਟ ਨਹੀਂ ਹੈ, ਸਾਰਾ ਕੁਛ ਨਹੀਂ ਹੈ। ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੈਗੀਆਂ ਜਿਨ੍ਹਾਂ ਨੂੰ ਸਗੋਂ ਅੱਜ ਦੇ ਦਿਨ ਬੈਠ ਕੇ ਰਿਵਿਊ ਕਰਨ ਦੀ ਲੋੜ ਹੈ। ਇਹ ਪੋਲੀਟੀਸ਼ੀਅਨ ਜਿਹੜੇ ਲਿਬੜੇ ਪਏ ਆ ਘਿਨਾਉਣੇ ਕਾਰਨਾਮੇ ਦੇ ਨਾਲ, ਇਹਨਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਅਸੀਂ ਦੇਸ਼ ਦੀ ਵਾਗਡੋਰ ਸੰਭਾਲ ਲਈ ਹੋਈ ਆ। ਅਸੀਂ ਸਮਝਦੇ ਹਾਂ ਕਿ ਅਸੀਂ ਇਹ ਮਿਨਿਸਟਰ ਬਣਨੇ ਚਾਹੀਦੇ ਹਾਂ,
ਸਾਡਾ ਫਲਾਨੀ ਮਿਨਿਸਟਰੀ ਦੇ ਵਿੱਚ ਮੋਹਰੇ ਨਾਂ ਹੋਣਾ ਚਾਹੀਦਾ, ਜਾਂ ਸਾਡਾ ਪੋਰਟਫੋਲੀਓ ਹੋਣਾ ਚਾਹੀਦਾ। ਪਰ ਨਾਲ ਦੀ ਨਾਲ ਜੇ ਇਹ ਦੇਖ ਲਿਆ ਜਾਵੇ ਕਿ ਇਹ ਪੋਰਟਫੋਲੀਓ ਲੈਣ ਦੇ ਲਈ ਅਸੀਂ ਕੀ ਕੁਛ ਕੀਤਾ ਜਿਹਦਾ ਲੋਕਾਂ ਨਾਲ ਸਿੱਧਾ ਸੰਬੰਧ ਸੀ, ਨੁਕਸਾਨ ਹੀ ਕੀਤਾ। ਪੈਦਾ ਕਰਨ ਵਾਲੇ ਜਿਹੜੇ ਪੋਲੀਟੀਸ਼ੀਅਨ ਹੈ ਉਹ ਬਹੁਤ ਘੱਟ ਹੋਏ ਆ। ਜੇ ਘੱਟ ਹੋਏ ਆ ਜਿਹੜੇ, ਉਹਨਾਂ ਦਾ ਨਾਂ ਥੇ ਹੈ ਨਹੀਂ। ਸੋ ਸਮਾਜ ਨੇ ਉਹਨਾਂ ਨੂੰ ਪਤਾ ਨਹੀਂ ਕਿਉਂ ਇਗਨੋਰ ਕੀਤਾ। ਇਤਿਹਾਸਕਾਰ ਕਿਉਂ ਉਹਨਾਂ ਦਾ ਨਾਂ ਲੈਣ ਤੋਂ ਝਿਜਕਦੇ ਆ, ਸ਼ਰਮਦੇ ਆ, ਕੀ ਉਹਨਾਂ ਦੀਆਂ ਮਜਬੂਰੀਆਂ ਹੈਗੀਆਂ, ਇਹ ਇਤਿਹਾਸਕਾਰ ਹੀ ਦੱਸਣਗੇ। ਪਰ ਇਤਿਹਾਸ ਕਦੀ ਕਿਸੇ ਨੂੰ ਮਾਫ਼ ਨਹੀਂ ਕਰਦਾ, ਕਿਸੇ ਨੂੰ ਸਪੇਅਰ ਨਹੀਂ ਕਰਦਾ। ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਨਾ ਵੀ ਚਾਹੀਦਾ। ਜਿਨ੍ਹਾਂ ਨੇ ਕੁਝ ਚੰਗੇ ਮਾੜੇ ਕੰਮ ਕੀਤੇ ਆ, ਅਸੀਂ ਉਹਨਾਂ ਦੇ ਵਿੱਚ ਵੀ, ਉਹਨਾਂ ਦੇ ਬਾਰੇ ਵੀ ਜ਼ਿਕਰ ਕਰਕੇ ਹਟੇ ਹਾਂ। ਜੇ ਅਸੀਂ ਐਮਰਜੈਂਸੀ ਦੇ 19 ਮਹੀਨਿਆਂ ਦੀ ਗੱਲ ਕੀਤੀ ਹੈ, ਤਾਂ ਅਸੀਂ ਇਹ ਵੀ ਗੱਲ ਕੀਤੀ ਹੈ ਕਿ 2014 ਤੋਂ ਲੈ ਕੇ 22 ਤੱਕ ਦੇ ਜਿਹੜਾ ਇੱਕ ਨਵਾਂ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਹ ਪ੍ਰੋਫੈਸਰ ਸਾਹਿਬ ਨੇ ਉਹਦੇ ਬਾਰੇ ਦੱਸਿਆ ਕਿ ਕੋਈ ਚਾਂਸ ਨਹੀਂ ਹੈ ਆਉਣ ਵਾਲੇ 50 ਸਾਲਾਂ ਵਿੱਚ ਵੀ ਉਹ ਨੈਰੇਟਿਵ ਜਿਹੜਾ ਉਹ ਕੋਈ ਕਿਸੇ ਮੁਕਾਮ 'ਤੇ ਪਹੁੰਚ ਜੂ, ਕੋਈ ਕਾਮਯਾਬੀ ਹਾਸਲ ਕਰ ਜੂ, ਕਿਉਂਕਿ ਸਾਡੀਆਂ ਜੜ੍ਹਾਂ ਬਹੁਤ ਮਜ਼ਬੂਤ ਹੈ। ਜੜ੍ਹਾਂ ਸਾਡੀਆਂ ਡੈਮੋਕ੍ਰੈਟਿਕ ਜੜ੍ਹਾਂ ਉਹ ਜ਼ਿਆਦਾ ਮਜ਼ਬੂਤ ਹੈ। ਡੈਮੋਕ੍ਰੈਟਿਕ ਰਾਈਟ ਨਾਲ ਅਸੀਂ ਕੁਛ ਵੀ ਕਰਨ ਦੇ ਸਮਰੱਥ ਹੈਗੇ ਹਾਂ। ਪਰ ਜਿਹੜੇ ਲੋਕ ਸੱਤਾ 'ਤੇ ਕਾਬਜ਼ ਹੋ ਜਾਂਦੇ ਆ, ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਘਾਣ ਉਹਨਾਂ ਦੇ ਹੱਥੋਂ ਹੁੰਦਾ। ਇਹ ਗੱਲਾਂ ਨਾ ਵਾਪਰਨ, ਇਸ ਕਰਕੇ ਸਾਨੂੰ ਅੱਜ ਦੇ ਦਿਨ ਇਹ ਪ੍ਰਣ ਕਰਨ ਦੀ ਲੋੜ ਹੈ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਵੀ ਲੋੜ ਹੈ, ਅਤੇ ਇਹ ਪ੍ਰਣ ਕਰਨ ਦੀ ਲੋੜ ਹੈ ਕਿ ਅਸੀਂ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਵਾਸਤੇ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦਾ ਸੁਨੇਹਾ ਜਿਹੜਾ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਅਗਲੇਰੀਆਂ ਪੀੜ੍ਹੀਆਂ ਨੂੰ ਪਾਸ ਕਰੀਏ। ਉਹਨਾਂ ਨੂੰ ਦੱਸੀਏ ਕਿ ਇਹ ਜਿਹੜਾ ਜੋ ਆਜ਼ਾਦੀ ਦਾ ਨਿੱਘ ਮਾਣਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਹੀ ਹੈ, ਨਿੱਘ ਮਾਣ ਨਹੀਂ ਸਕੇ। ਜਿਹੜੀ ਨਿੱਘ ਮੰਨਣ ਦੀ ਕੋਸ਼ਿਸ਼ ਕਰਦੇ, ਇਹਦੇ ਵਾਸਤੇ ਸਾਡੇ ਵਡੇਰਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਲਾਸਟ ਵਿੱਚ ਕੀ ਕਹਿਣਾ ਚਾਹੋਗੇ ਪ੍ਰੋਫੈਸਰ ਸਾਹਿਬ? ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਸਾਡਾ ਨੈਸ਼ਨਲ ਫਲੈਗ ਹੈਗਾ, ਇਹ ਸਾਡਾ ਸਿੰਬਲ ਹੈਗਾ ਸਾਡੀ ਇੰਡੀਪੈਂਡੈਂਸ ਦਾ, ਸਾਡੀ ਸਟਰੈਂਥ ਦਾ, ਸਾਡੇ ਕੌਨਸਟੀਟਿਊਸ਼ਨ ਦਾ, ਸਾਡੇ ਲੋਕਾਂ ਦਾ। ਇਸ ਸਿੰਬਲ ਦੇ ਥੱਲੇ ਅਸੀਂ ਹਮੇਸ਼ਾ ਇਕੱਠੇ ਹੁੰਦੇ ਹੈਗੇ ਹਾਂ ਅਤੇ ਹਮੇਸ਼ਾ ਇਕੱਠੇ ਰਹਾਂਗੇ। ਇਹ ਸਿੰਬਲ ਜਿਹੜਾ ਸਾਨੂੰ ਇਸ ਗੱਲ ਨੂੰ ਯਾਦ ਕਰਵਾਉਂਦਾ ਕਿ ਤੁਹਾਡਾ ਇੱਕ ਕੌਨਸਟੀਟਿਊਸ਼ਨ ਹੈਗਾ, ਔਰ ਉਸ ਕੌਨਸਟੀਟਿਊਸ਼ਨ ਨੂੰ ਤੁਹਾਨੂੰ ਪੜ੍ਹਨਾ ਚਾਹੀਦਾ, ਪਰਟੀਕੂਲਰਲੀ ਪੋਲੀਟੀਕਲ ਕਲਾਸ ਨੂੰ ਪੜ੍ਹਨਾ ਚਾਹੀਦਾ। ਉਹਦੇ ਵਿੱਚ ਜਿੰਨੀਆਂ ਚੀਜ਼ਾਂ ਸਾਡੇ ਫਾਊਂਡਰਸ ਨੇ ਰੱਖੀਆਂ ਨੇ, ਸਾਡੇ ਵਾਸਤੇ ਰੱਖੀਆਂ ਨੇ, ਸਾਡੇ ਬੱਚਿਆਂ ਵਾਸਤੇ ਰੱਖੀਆਂ ਨੇ, ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਰੱਖੀਆਂ ਨੇ, ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਨੀਆਂ ਨੇ। ਕਿਉਂਕਿ ਉਹਦੇ 'ਚ ਜਿੰਨੇ ਕੁਝ ਚੀਜ਼ਾਂ ਐਸੀਆਂ ਸੀ ਉਸ ਟਾਈਮ ਰਹਿ ਗਈਆਂ ਸੀ 1950 ਦੇ ਵਿੱਚ, ਜਿਹੜੀਆਂ ਕਿ ਕਿਹਾ ਸੀ ਕਿ ਸਟੇਟਾਂ ਕਰਨਗੀਆਂ, ਜਿਹਦੇ 'ਚ ਹੈਲਥ ਹੈ, ਐਜੂਕੇਸ਼ਨ ਹੈ, ਇੰਪਲੋਇਮੈਂਟ ਹੈ, ਜਿਹੜੀ ਪਹਿਲਾਂ ਜ਼ਿਕਰ ਕਰ ਚੁੱਕੇ ਹੈਗੇ ਆ। ਤਾਂ ਅੱਜ ਦੇ ਦਿਨ ਇਹ ਪ੍ਰਣ ਬਣਦਾ ਕਿ ਅਸੀਂ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਇਹ ਚੀਜ਼ਾਂ ਡਿਲੀਵਰ ਕਰਨ ਲੋਕਾਂ ਨੂੰ, ਔਰ ਜੋ ਪਿੱਛੇ ਗਲਤੀਆਂ ਹੋਈਆਂ ਉਹਨਾਂ ਦੀ ਕਰੈਕਸ਼ਨ ਕੀਤੀ ਜਾਵੇ। ਔਰ ਲੋਕਾਂ ਨੂੰ ਚਾਹੀਦਾ ਕਿ ਆਪਣੀ ਜਿਹੜੀ ਡੈਮੋਕ੍ਰੇਸੀ ਹੈਗੀ ਆ, ਇਸ ਨੂੰ ਕਿਸੇ ਪਾਰਟੀ ਦੀ ਡੈਮੋਕ੍ਰੇਸੀ ਨਾ ਮੰਨਿਆ ਜਾਵੇ। ਇਹ ਤੁਹਾਡੀ ਆਪਣੀ ਹੈ, ਤੁਹਾਡੀ ਨਿੱਜੀ ਆ, ਤੁਹਾਡੇ ਵੱਡ ਵਡੇਰਿਆਂ ਨੇ ਤੁਹਾਡੇ ਵਾਸਤੇ ਤੁਹਾਡੀ ਝੋਲੀ 'ਚ ਪਾਈ ਹੈਗੀ ਆ। ਔਰ ਇਸ ਫੁੱਲ ਨੂੰ ਹਮੇਸ਼ਾ ਤੁਸੀਂ ਸੁਗੰਧੀ ਦਾ ਫੁੱਲ ਸਮਝ ਕੇ ਇਸ ਨੂੰ ਇੰਜੋਏ ਕਰੋ। ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ, ਔਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਹਮੇਸ਼ਾ ਨਤਮਸਤਕ ਰਹੋ ਔਰ ਹਮੇਸ਼ਾ ਯਾਦ ਰੱਖੋ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ, ਥੈਂਕ ਯੂ।